ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਕੈਨੇਡਾ ਤੋਂ ਇੱਕ ਨੈਗੇਟਿਵ ਅਪਡੇਟ ਹੈ, ਡੇਂਜਰਸ ਅਪਡੇਟ ਕਹਿ ਸਕਦੇ ਹਾਂ, ਪਰ ਅਸੀਂ ਖਤਰੇ ਤੋਂ ਕਿਵੇਂ ਬਚਣਾ ਭਵਿੱਖ 'ਚ ਕੈਨੇਡਾ ਤੋਂ, ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਆਮ ਤੌਰ 'ਤੇ ਮੈਂ ਆਪਣੇ ਵੱਲੋਂ ਕਦੇ ਨਹੀਂ ਕਹਿੰਦਾ ਹੁੰਦਾ ਕਿ ਤੁਸੀਂ ਵੀਡੀਓ ਸ਼ੇਅਰ ਕਰੋ, ਪਰ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਸ਼ੇਅਰ ਕਰਿਓ ਆਪਣੇ ਦੋਸਤਾਂ 'ਚ, ਆਪਣੇ ਫਰੈਂਡਸ 'ਚ, ਆਪਣੀ ਫੈਮਲੀਜ਼ 'ਚ, ਤਾਂ ਕਿ ਅਸੀਂ ਕੈਨੇਡਾ ਜਦੋਂ ਐਡਮਿਸ਼ਨ ਲੈਣੀ ਹੈ ਜਾਂ ਜਦੋਂ ਅਸੀਂ ਕੈਨੇਡਾ ਟਰੈਵਲ ਕਰਨਾ ਹੈ, ਉੱਥੇ ਲੈਂਡ ਕਰਨਾ, ਉੱਥੇ ਐਜੂਕੇਸ਼ਨ ਲੈਣੀ ਹੈ, ਤੇ ਅਸੀਂ ਬਹੁਤ ਅਵੇਅਰ ਹੋ ਕੇ ਕੈਨੇਡਾ ਦੇ ਵਿੱਚ ਐਡਮਿਸ਼ਨ ਦਾ ਪ੍ਰੋਸੈਸ ਅੱਗੇ ਵਧਾਉਣਾ ਹੈ ਤੇ ਬਹੁਤ ਅਵੇਅਰ ਹੋ ਕੇ ਐਡਮਿਸ਼ਨ ਲੈਣੀ ਹੈ ਆਉਣ ਵਾਲੇ ਸਮੇਂ 'ਚ। ਉਹਨਾਂ ਸਰਕਾਰੀ ਕਾਲਜਸ ਤੇ ਅਸੀਂ ਫੋਕਸ ਕਰਨਾ ਹੈ ਜਿਨ੍ਹਾਂ ਦਾ ਪਾਲਿਸੀ ਕੰਪਲਾਇੰਸ ਬਹੁਤ ਚੰਗਾ ਹੈ, ਔਰ ਹਮੇਸ਼ਾ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜੇ ਜੈਨੂਅਨ ਕੰਸਲਟੈਂਟ ਨੇ, ਲਾਇਸੈਂਸਡ ਕੰਸਲਟੈਂਟ ਨੇ, ਜਿਹੜੇ ਸਿੱਧਾ ਰਿਪਰੈਜ਼ੈਂਟ ਕਰਦੇ ਨੇ ਕਾਲਜਸ ਨੂੰ ਜਾਂ ਯੂਨੀਵਰਸਿਟੀਜ਼ ਨੂੰ, ਅਸੀਂ ਉਹਨਾਂ ਦੇ ਜ਼ਰੀਏ ਆਪਣੀ ਕੈਨੇਡਾ ਦੇ ਵਿੱਚ ਜਿਹੜਾ ਐਜੂਕੇਸ਼ਨ ਹੈ ਉਹਨੂੰ ਅਸੀਂ ਅੱਗੇ ਵਧਾਉਣਾ। ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ, ਔਰ ਹੁਣ ਵੀ। ਔਰ ਅੱਜ ਇੱਕ ਇਸ ਤਰ੍ਹਾਂ ਦਾ ਅਪਡੇਟ ਹੈ ਜਿਹੜਾ ਨਵੀਂ ਤਰ੍ਹਾਂ ਦਾ ਇੱਕ ਡਰ ਪੈਦਾ ਕਰ ਰਿਹਾ ਹੈ ਸਾਡੇ ਸਾਰਿਆਂ ਤੇ ਕਿ ਕੀ ਵੇਖ ਕੇ ਅਸੀਂ ਕੈਨੇਡਾ 'ਚ ਐਡਮਿਸ਼ਨ ਲਈਏ। ਜਸਮੀਤ ਭਾਟੀਆ ਜੀ, ਜਿਹੜੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ, ਮੰਨੇ ਪ੍ਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ, ਅੱਜ ਸਾਡੇ ਨਾਲ ਮੌਜੂਦ ਨੇ। ਜਸਮੀਤ ਜੀ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸੁਨੀਲ। ਜਸਮੀਤ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਹੁਣ ਜਸਮੀਤ ਜੀ, ਮੈਂ ਜਾਣਨਾ ਚਾਹੂੰਗਾ ਕਿ ਇਹ ਡੇਂਜਰਸ ਅਪਡੇਟ ਨੂੰ ਕਿਵੇਂ ਵੇਖੀ ਅਸੀਂ, ਇਹ ਹੈ ਕੀ ਹੈ, ਜਰਾ ਐਕਸਪਲੇਨ ਕਰ। ਸਰ, ਜਿਵੇਂ ਸਟੂਡੈਂਟਸ ਜਿਹੜੇ ਪੀਪੀਪੀ ਕਾਲਜਸ, ਜਿਵੇਂ ਕਿ ਜਿਹੜੀਆਂ ਮੇਨ ਕੈਂਪਸ ਤੋਂ ਹਟ ਕੇ ਜਿਹੜੀਆਂ ਬ੍ਰਾਂਚਿਸ ਹੈਗੀਆਂ ਉਹਨਾਂ 'ਚ ਅਪਲਾਈ ਕਰਦੇ ਆ, ਤਾਂ ਉਹਨਾਂ 'ਚ ਜਿਹੜੇ ਨੰਬਰ ਆਫ ਐਪਲੀਕੇਸ਼ਨਸ ਹੈ ਉਹ ਵੱਧ ਜਾਂਦੇ। ਸੋ ਨੋਰਮਲੀ ਕੀ ਹੁੰਦਾ ਕਿ ਸਰਟਨ ਨੰਬਰ ਆਫ ਸਟੂਡੈਂਟਸ ਦੀ ਉਹਨਾਂ ਨੂੰ ਪਰਮਿਸ਼ਨ ਮਿਲੀ ਹੁੰਦੀ ਹੈ ਕੈਂਪਸ ਨੂੰ ਪੜ੍ਹਾਉਣ ਦੀ, ਬਟ ਤੁਹਾਨੂੰ ਪਤਾ ਹੀ ਹੈ ਜਦੋਂ ਕੋਈ ਪ੍ਰਾਈਵੇਟ ਪਾਰਟਨਰਸ਼ਿਪ ਹੋ ਜਾਂਦੀ ਹੈ ਪਬਲਿਕ ਕਾਲਜ ਦੇ ਨਾਲ, ਤਾਂ ਨੋਰਮਲੀ ਪ੍ਰਾਈਵੇਟ ਬੰਦਾ ਉਹ ਕੰਪਲਾਇੰਸ ਫੋਲੋ ਨਹੀਂ ਕਰਦਾ ਜੀ। ਸਰਕਾਰੀ ਕਾਲਜ ਪੂਰੇ ਕੰਪਲਾਇੰਸ ਫੋਲੋ ਕਰਦੇ ਆ, ਵੇਅਰ ਐਜ਼ ਜਦੋਂ ਆਪਾਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕਰਦੇ ਆ ਤਾਂ ਉਹ ਪ੍ਰਾਈਵੇਟ ਜਿਹੜਾ ਪਾਰਟਨਰ ਹੁੰਦਾ ਕੰਪਲਾਇੰਸ ਨਹੀਂ ਫੋਲੋ ਕਰਦਾ। ਸੋ ਹੁਣੇ ਕਾਫੀ ਸਾਰੇ ਸਟੂਡੈਂਟ, ਅੱਜ ਵੀ ਸਾਡੇ ਕੋਲ 3-4 ਬੱਚੇ ਆਲਰੇਡੀ ਵਿਜ਼ਿਟ ਕਰ ਗਏ ਨੇ ਕਿ ਪਾਰਟਿਕੂਲਰ ਕਾਲਜ, ਮੈਂ ਨਾਮ ਨਹੀਂ ਲਾਂਗਾ, ਬੱਚਿਆਂ ਨੂੰ ਪਤਾ ਹੀ ਹੋਏਗਾ ਜਿੰਨਾ ਅਫੈਕਟ ਹੋਏ ਆ ਉਹ ਕਾਲਜਸ ਤੋਂ। ਸੋ ਇੱਕ ਪਾਰਟਿਕੂਲਰ ਕਾਲਜ ਹੈ, ਉਹਨਾਂ ਨੇ ਬੱਚਿਆਂ ਦੇ ਜਿਨ੍ਹਾਂ ਦੇ ਸਤੰਬਰ ਇਨਟੇਕ ਦੇ ਆਲਰੇਡੀ ਵੀਜ਼ਾਸ ਲੱਗ ਚੁੱਕੇ ਸੀ, ਉਹਨਾਂ ਨੇ ਕੰਪਲੀਟ ਰੀਫੰਡ ਆਫ ਫੀਸ ਦਿੱਤਾ ਆਫਟਰ ਵੀਜ਼ਾ ਅਪਰੂਵਲ। ਅੱਛਾ, ਮਤਲਬ ਕੈਨੇਡਾ ਸਟੂਡੈਂਟਸ ਨੂੰ ਬਰੀਫ ਕਰਦਾ ਕਿ ਕੈਨੇਡਾ ਦੇ ਵਿੱਚ ਇੱਕ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਾ ਪੀਪੀਪੀ ਕਹਿੰਦੇ ਜੀ ਇਹਨੂੰ, ਭਾਟੀਆ ਜੀ? ਹਾਂਜੀ ਹਾਂਜੀ, ਪੀਪੀਪੀ। ਇਹ ਇੱਕ ਕਾਲਜ ਹੈ, ਉਹਦੇ ਵਿੱਚ ਸਟੂਡੈਂਟਸ ਦੇ ਵੀਜ਼ੇ ਵੀ ਲੱਗ ਗਏ ਸੀ, ਸਤੰਬਰ ਇਨਟੇਕ ਦੇ ਵੀਜ਼ੇ ਆ ਗਏ ਸੀ। ਵੀਜ਼ੇ ਆਉਣ ਤੋਂ ਬਾਅਦ ਵੀ ਉਸ ਕਾਲਜ ਨੇ ਸਾਡੇ ਸਟੂਡੈਂਟਸ ਦੀਆਂ ਫੀਸਾਂ ਵਾਪਸ ਮੋੜੀਆਂ ਨੇ, ਕਿਉਂਕਿ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੈਨੇਡਾ ਦੀ ਗਵਰਨਮੈਂਟ ਨੇ ਉਸ ਕਾਲਜ ਨੂੰ ਕਿਹਾ ਹੈ ਕਿ ਤੁਸੀਂ ਫੀਸਾਂ ਵਾਪਸ ਕਰੋ, ਕਿਉਂਕਿ ਜਿੰਨੀ ਲਿਮਟ ਸੀ ਕਿਸੇ ਵੀ ਕਾਲਜ ਦੀ ਸਟੂਡੈਂਟਸ ਨੂੰ ਐਡਮਿਸ਼ਨ ਦੇਣ ਦੀ ਜਾਂ ਕਲਾਸਾਂ ਲਾਉਣ ਦੀ, ਉਹਦੇ ਨਾਲੋਂ ਜ਼ਿਆਦਾ ਸਟੂਡੈਂਟ ਉਹਨਾਂ ਨੇ ਐਨਰੋਲ ਕਰ ਲਏ ਸੀ। ਇਸ ਤਰੀਕੇ ਦੀ ਗੱਲ ਸਾਹਮਣੇ ਆਈ ਹੈ। ਦੇਖੋ, ਪਾਲਿਸੀ ਕੰਪਲਾਇੰਸ ਦੇ ਵਿੱਚ ਕਿੱਡਾ ਵੱਡਾ ਕਮੀ ਹੈ। ਹਾਲਾਂਕਿ ਇਹ ਚੰਗੀ ਗੱਲ ਹੈ ਕਿ ਕੈਨੇਡਾ ਦੀ ਸਰਕਾਰ ਨਾਲ ਖੜ ਗਈ ਆਪਣੀ ਪਾਲਿਸੀ ਦੇ, ਪਰ ਜਸਮੀਤ ਜੀ, ਕਿੰਨੀ ਕੁ ਵੱਡੀ ਗਿਣਤੀ 'ਚ ਸਾਡੇ ਸਟੂਡੈਂਟਸ ਨੇ ਜਿਨ੍ਹਾਂ ਦੇ ਵੀਜ਼ੇ ਲੱਗ ਗਏ, ਉਹਨਾਂ ਨੂੰ ਹੁਣ ਫੀਸਾਂ ਮੁੜ ਰਹੀਆਂ ਨੇ ਜਾਂ ਮੋੜੀਆਂ ਜਾ ਰਹੀਆਂ ਨੇ? ਕੁਝ 700 ਤੋਂ 800 ਬੱਚਾ ਸਰ ਉਸ ਕਾਲਜ ਦਾ ਸਤੰਬਰ ਇਨਟੇਕ ਦਾ, ਕੁਝ 700 ਤੋਂ 800 ਬੱਚਾ ਜਿਹੜਾ ਇਸ ਨਿਊਜ਼ ਦੇ ਨਾਲ ਅਫੈਕਟ ਹੋਇਆ। ਔਰ ਕੀ ਕਹਿੰਦੇ ਆ, ਬਟ ਬੱਚਿਆਂ ਨੂੰ ਮੈਂ ਕਹਾਂਗਾ ਕਿ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈਗੀ, ਬਿਕੋਜ਼ 100% ਰੀਫੰਡ ਇਜ਼ ਹੈਪਨਿੰਗ। ਕਿਉਂਕਿ ਜਿਹੜਾ ਪੈਸਾ ਹੈਗਾ ਉਹ ਪੀਪੀਪੀ 'ਚ ਇੱਕ ਚੀਜ਼ ਸ਼ੋਰ ਹੈ ਕਿ ਉਹ ਗਵਰਨਮੈਂਟ ਕਾਲਜ ਦੇ ਅਕਾਊਂਟ 'ਚ ਹੀ ਜਾਂਦਾ। ਸੋ ਜਦੋਂ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਹੁੰਦੀ ਹੈ, ਉਹ ਜਿਹੜਾ ਪੈਸਾ ਹੈ, ਟਿਊਸ਼ਨ ਫੀਸ ਹੈਗੀ ਹੈ, ਉਹ ਗਵਰਨਮੈਂਟ ਕਾਲਜ ਦੇ ਅਕਾਊਂਟ 'ਚ ਹੀ ਜਾਂਦਾ। ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਯੋਰ ਮਨੀ ਇਜ਼ 100% ਸੇਫ। ਸੈਕੰਡਲੀ, ਕਿਸੇ ਨੂੰ ਕੀ ਕਹਿੰਦੇ ਆ, ਜੇ ਕੋਈ ਸਤੰਬਰ ਇਨਟੇਕ 'ਚ ਕਾਲਜਸ ਚਾਹੀਦੇ ਹੋਣਗੇ ਤਾਂ ਮੈਂ ਕਹਾਂਗਾ ਕੁਝ ਕੋਰਸਿਸ ਆਰ ਸਟਿਲ ਓਪਨ ਇਨ ਸਤੰਬਰ ਇਨਟੇਕ ਰਾਈਟ ਨਾਓ, ਬਟ ਚੁਣਿੰਦਾ ਹੀ ਹੈ। ਕੋਨਸਟੋਗਾ 'ਚ 5-6 ਕੋਰਸ ਓਪਨ ਹੈਗੇ ਹੈ, ਐਂਡ ਕੈਂਬਰੀਅਨ 'ਚ ਕੁਝ ਕੋਰਸਿਸ ਓਪਨ ਹੈਗੇ ਹੈ, ਸਡਬਰੀ ਕੈਂਪਸ 'ਚ। ਸੋ ਸਟੂਡੈਂਟਸ, ਪਹਿਲੀ ਚੀਜ਼ ਤਾਂ ਇਸ ਤੋਂ ਸਾਨੂੰ ਇਹ ਲੈਣੀ ਚਾਹੀਦੀ ਹੈ ਸਿੱਖਿਆ ਕਿ ਜੇ ਸਾਨੂੰ ਮੇਨ ਕੈਂਪਸ 'ਚ ਐਡਮਿਸ਼ਨ ਮਿਲੇ, ਬਿਕੋਜ਼ ਦੈਟ ਵਿਲ ਬੀ ਬੈਟਰ। ਜਿਵੇਂ ਸੈਨਿਕਾ ਕਾਲਜ ਹੈਗਾ, ਮੇਨ ਕੈਂਪਸ ਹੈ ਟੋਰਾਂਟੋ 'ਚ, ਅਸੀਂ ਉੱਥੇ ਐਡਮਿਸ਼ਨ ਲਈਏ, ਦੈਟ ਇਜ਼ ਬੈਟਰ। ਜਿਵੇਂ ਅਸੀਂ ਕੀ ਕਹਿੰਦੇ ਆ, ਨਾਇਗਰਾ ਕਾਲਜ ਹੈ ਵਿਚ ਇਜ਼ ਵੈਰੀ ਨੀਅਰ ਟੂ ਟੋਰਾਂਟੋ, ਆਪਾਂ ਉੱਥੇ ਐਡਮਿਸ਼ਨ ਲਈਏ। ਮੋਹਾਕ ਕਾਲਜ ਹੈਗਾ, ਮੇਨ ਕੈਂਪਸਿਸ।
ਸੋ ਮੇਰੀ ਇਹੀ ਸਾਰਿਆਂ ਨੂੰ ਐਡਵਾਈਸ ਹੈ ਕਿ ਫਰਸਟ ਪ੍ਰੈਫਰੈਂਸ ਸ਼ੁੱਡ ਬੀ ਗਿਵਨ ਟੂ ਮੇਨ ਕੈਂਪਸਿਸ। ਔਰ ਆਉਣ ਵਾਲੇ ਸਮੇਂ 'ਚ ਵੀ ਹੋਰ ਵੀ ਹੋ ਸਕਦਾ ਕਿ ਜਿਹੜੇ ਕਾਲਜਿਸ ਕੰਪਲਾਇੰਸ ਨਹੀਂ ਫੋਲੋ ਕਰਨਗੇ ਉਹਨਾਂ ਤੇ ਵੀ ਇਹ ਗੱਜ ਗਿਰ ਸਕਦੀ ਹੈ ਐਂਡ ਉੱਥੋਂ ਵੀ ਬੱਚਿਆਂ ਨੂੰ ਰੀਫੰਡ ਮਿਲ ਸਕਦੇ ਆ। ਬਟ ਸਟੂਡੈਂਟਸ ਦਿਸ ਇਜ਼ ਰੀਅਲੀ ਰੀਅਲੀ ਯੂ ਨੋ ਕਿ ਇੱਕ ਡਿਸਟ੍ਰੈਸ ਹੋ ਜਾਂਦਾ ਕਿਤੇ ਤਾਂ ਬੱਚੇ ਟਿਕਟਾਂ ਬੁੱਕ ਕਰਾਈ ਬੈਠੇ ਆ, ਇੱਕ ਪਾਸੇ ਤਾਂ ਬੱਚੇ ਟਿਕਟਾਂ ਬੁੱਕ ਕਰਾਈ ਬੈਠੇ ਆ ਔਰ ਇੱਕ ਪਾਸੇ ਸਾਡੇ ਕੋਲ ਕਾਲਜ ਦੀ ਸੀਟ ਹੀ ਨਹੀਂ ਹੈਗੀ। ਸੋ ਹਰਪ੍ਰੀਤ PT 60 ਹੈ ਐਂਡ PT 60 ਤੇ ਬਿਲਕੁਲ ਵੀਜ਼ਾ ਆ ਸਕਦਾ, ਕੋਈ ਪ੍ਰੋਬਲਮ ਨਹੀਂ ਹੈਗੀ। ਤੁਹਾਡੀ MSc ਕੈਮਿਸਟਰੀ ਹੈ 78% ਵਿਚ ਇਜ਼ ਅ ਗੁੱਡ ਕੀ ਕਹਿੰਦੇ ਆ ਪਰਸੈਂਟੇਜ, ਸੋ ਘਬਰਾਉਣ ਦੀ ਲੋੜ ਨਹੀਂ ਹੈਗੀ। ਜੇ ਸਹੀ ਢੰਗ ਨਾਲ ਫਾਈਲ ਲੱਗੀ ਹੋਏਗੀ ਤਾਂ ਬਿਲਕੁਲ ਤੁਹਾਨੂੰ ਵੀਜ਼ਾ ਮਿਲੇਗਾ। 20 ਜੁਲਾਈ ਦਾ ਮੈਡੀਕਲ ਅਪਡੇਟ ਹੋਇਆ। ਜੀ ਹਾਂਜੀ ਜਸਮੀਤ ਜੀ, ਮੈਂ ਇੱਕ ਸਵਾਲ ਹੋਰ ਅੱਗੇ ਵਧਾਉਣਾ ਚਾਹੁੰਦਾ ਕਿ ਹਾਂਜੀ ਕੈਨੇਡਾ ਦੀ ਸਰਕਾਰ ਨੇ ਉਸ ਕਾਲਜ ਦਾ ਨਾਮ ਆਫੀਸ਼ੀਅਲ ਨਹੀਂ ਕੀਤਾ ਹੈ ਤੱਕ। ਸਰ ਐਜ਼ ਸੱਚ ਕੋਈ ਮਤਲਬ ਕਿ ਦੇਖੋ ਇਹਦੇ ਵਿੱਚ ਕੋਈ ਮਤਲਬ ਕਿ ਨਾ ਤਾਂ ਕੋਈ ਫਰਾਡ ਇਨਵੋਲਵਡ ਹੈ, ਨਾ ਕੋਈ ਕੀ ਕਹਿੰਦੇ ਆ ਅਸੀਂ ਕਹੀਏ ਕਿ ਨਾ ਹੀ ਕੋਈ ਬੱਚਿਆਂ ਦੇ ਪੈਸੇ ਪੂਸੇ ਇਦਾਂ ਦੀ ਕਿ ਇੱਧਰ ਉੱਧਰ ਹੋਣ ਦੀ ਇਹਦੇ 'ਚ ਨਿਊਜ਼ ਹੈਗੀ ਹੈ। ਇਹਦੇ 'ਚ ਇਹੀ ਨਿਊਜ਼ ਹੈ ਕਿ ਕੈਨੇਡਾ ਨੇ ਉੱਥੇ ਵਿਜ਼ਿਟ ਕੀਤਾ ਕੰਪਲਾਇੰਸ ਡਿਪਾਰਟਮੈਂਟ ਨੇ ਐਂਡ ਉੱਥੇ ਪਾਇਆ ਗਿਆ ਕਿ ਜਿੰਨੇ ਉਹਨਾਂ ਕੋਲ ਸੀਟ ਦੀ ਕਪੈਸਿਟੀ ਹੈਗੀ ਹੈ ਉਸ ਤੋਂ ਕਈ ਵੱਧ ਬੱਚੇ ਪੜ੍ਹਾ ਰਹੇ ਨੇ। ਸੋ ਜਦੋਂ ਕਈ ਵੱਧ ਬੱਚੇ ਪੜ੍ਹਾ ਰਹੇ ਆ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੀ ਜਿਹੜੀ ਸੀਟ ਲਿਮਿਟ ਹੈ ਇੰਨੀ ਹੈ ਤਾਂ ਤੁਸੀਂ ਇਹ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ। ਤਾਂ ਆਉਣ ਵਾਲੇ ਇਨਟੇਕਸ 'ਚ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਪਹਿਲਾਂ ਆਪਣੀ ਕਪੈਸਿਟੀ ਘਟਾਓ, ਦੈਨ ਓਨਲੀ ਯੂ ਕੈਨ ਇਨਰੋਲ ਨਿਊ ਸਟੂਡੈਂਟਸ। ਜੀ ਸੋ ਹਾਲੇ ਦੇਖਣਾ ਇਹ ਹੋਏਗਾ ਕਿ ਉਹ ਕੈਂਪਸ ਬੰਦ ਹੋ ਰਿਹਾ ਕਿ ਫਿਊਚਰ 'ਚ ਕੀ ਦੇਖਣਾ ਪਏਗਾ। ਜੋ ਬੰਦ ਹੋ ਜਾਂਦਾ ਤਾਂ ਇਟ ਕੈਨ ਅਫੈਕਟ ਲੋਟ ਮੋਰ ਸਟੂਡੈਂਟਸ ਐਂਡ ਜੇ ਓਕੇ ਰਹਿੰਦਾ ਤਾਂ ਇਹ ਹਾਲੇ ਕੁਝ ਸਮੇਂ 'ਚ ਸਾਨੂੰ ਕੰਪਲੀਟਲੀ ਪਤਾ ਲੱਗੇਗਾ। ਬਟ ਰਾਈਟ ਨਾਓ ਲੋਟ ਆਫ ਸਟੂਡੈਂਟਸ ਆਰ ਬੀਇੰਗ ਅਫੈਕਟਡ ਵਿਚ ਇਜ਼ ਰੀਅਲੀ ਸੈਡ। ਬਟ ਸਟੂਡੈਂਟਸ ਅੱਛਾ, ਮੇਰੀ ਇਹੀ ਸਟੂਡੈਂਟਸ ਨੂੰ ਕੋਈ ਲੈਟਰ ਆਈ ਹੈ ਕਾਲਜ ਵੱਲੋਂ? ਰਜਿਸਟਰਡ ਈਮੇਲ ਵੀ ਆਈ ਹੈ, ਰਜਿਸਟਰਡ ਈਮੇਲ ਵੀ ਆਈ ਹੈ ਐਂਡ ਰਜਿਸਟਰਡ ਡਾਕ ਵੀ ਉਹਨਾਂ ਦੇ ਖਾਤੇ ਤੇ ਫਿਜ਼ੀਕਲੀ ਵੀ ਭੇਜੀ ਜਾ ਰਹੀ ਹੈ। ਅੱਛਾ, ਉਹ ਜਿਹੜੀ ਈਮੇਲ ਆਈ ਹੈ ਸਟੂਡੈਂਟਸ ਨੂੰ ਉਹਦੇ ਵਿੱਚ ਉਹ ਕੀ ਮੈਂਸ਼ਨ ਕਰਦੇ ਜਸਮੀਤ ਜੀ? ਉਹ ਇਹੀ ਮੈਂਸ਼ਨ ਕਰ ਰਹੇ ਆ ਕਿ ਜੇ ਤਾਂ ਤੁਸੀਂ 100% ਰੀਫੰਡ ਦੇਣਾ ਸਾਨੂੰ ਆਪਣੇ ਅਕਾਊਂਟ ਡਿਟੇਲਸ ਦਿਓ। ਡਿਊ ਟੂ ਕੰਪਲਾਇੰਸ ਵੀ ਕੈਨ ਨਾਟ ਕੰਟੀਨਿਊ ਯੂ ਕੈਨ ਨਾਟ ਕੰਟੀਨਿਊ ਯੂਰ ਸਟੱਡੀਜ਼ ਐਟ ਦਿਸ ਕੈਂਪਸ। ਜੀ ਅੱਛਾ, ਤੇ ਕੈਨੇਡਾ ਦੀ ਸਰਕਾਰ ਕੋਈ ਬਦਲਵੇਂ ਪ੍ਰਬੰਧ ਕਰ ਸਕਦੀ ਹੈ ਫਿਰ ਕਿ ਜਿਨ੍ਹਾਂ ਸਟੂਡੈਂਟਸ ਦੇ ਵੀਜ਼ੇ ਲੱਗੇ ਨੇ ਉਹ ਕਿਸੇ ਹੋਰ ਕਾਲਜ 'ਚ ਐਡਮਿਸ਼ਨ ਲੈ ਲੈਣ ਤੇ ਉਹ ਸਟੂਡੈਂਟ ਚਲੇ ਜਾਣ? ਬਿਲਕੁਲ ਬਿਲਕੁਲ ਸਰ, ਆਪਾਂ DLI ਚੇਂਜ ਕਰਕੇ ਵੀ ਕੈਨ ਚੂਜ਼ ਅਨਦਰ ਕਾਲਜ। ਬਟ ਕਈ ਕੈਨੇਡਾ ਨੇ ਇਹ ਵੀ ਨਵੀਂ ਪਾਲਿਸੀ ਬਣਾਈ ਸੀ ਕਿ ਇਫ ਯੂ ਆਰ ਚੂਜ਼ਿੰਗ ਅਨਦਰ ਕਾਲਜ ਯੂ ਹੈਵ ਟੂ ਅਪਲਾਈ ਅਗੇਨ। ਸੋ ਲੈਟਸ ਜੀ ਹੋਪ ਕਿ ਇੱਦਾਂ ਦਾ ਨਾ ਹੋਏ, ਆਪਾਂ ਨੂੰ ਅਪਲਾਈ ਦੁਬਾਰਾ ਨਾ ਕਰਨਾ ਪਏ। ਸੋ ਮੇਰੀ ਸਾਰੇ ਸਟੂਡੈਂਟਸ ਨੂੰ ਇਹੀ ਐਡਵਾਈਸ ਹੈ ਕਿ ਇੱਕ ਵਾਰੀ ਤੁਸੀਂ ਸਾਡੇ ਨੀਅਰੈਸਟ ਆਫਿਸ ਵਿਜ਼ਿਟ ਕਰੋ ਐਂਡ ਜੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਵੀ ਮਿਲ ਸਕਦੇ ਹੋ। ਐਂਡ ਅੱਗੇ ਤੋਂ ਅਸੀਂ ਕੋਸ਼ਿਸ਼ ਕਰੀਏ ਕਿ ਸਾਨੂੰ ਮੇਨ ਕੈਂਪਸ 'ਚ ਐਡਮਿਸ਼ਨ ਮਿਲੇ ਤਾਂ ਕਿ ਸਾਨੂੰ ਇਹ ਜਿਹੜੀਆਂ ਦਿੱਕਤਾਂ ਆਉਂਦੀਆਂ ਇਸ ਤੋਂ ਆਪਾਂ ਬਚ ਸਕੀਏ। ਐਂਡ ਇੱਕ ਜਿਹਨੂੰ ਕਹਿੰਦੇ ਵੀ ਪੜ੍ਹਨਾ ਤਾਂ ਜ਼ਰੂਰੀ ਹੈਗਾ ਹੀ ਆਪਾਂ, ਔਰ ਆਪਾਂ ਪੜ੍ਹਨ ਜਾ ਰਹੇ ਹਾਂ, ਸਟੂਡੈਂਟ ਵੀਜ਼ਾ ਤੇ ਜਾ ਰਹੇ ਹਾਂ ਔਰ ਜੇ ਆਪਾਂ ਪੜ੍ਹਾਈ ਨਹੀਂ ਕਰਾਂਗੇ ਤਾਂ ਆਪਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਸੋ ਸੁਰਿੰਦਰ ਜੀ, ਦੇਖਣ ਨੂੰ ਇਹ ਮਿਲਣਾ ਕਿ ਜਿਵੇਂ ਜਿਵੇਂ ਆਪਣੀ ਕੁਆਂਟੀਟੀ ਵਧੀ ਜਾਣੀ ਹੈ ਬੱਚਿਆਂ ਦੀ, ਉਵੇਂ ਉਵੇਂ ਜਿਹੜੇ ਮੇਨ ਸਿਟੀਜ਼ ਹੈਗੇ ਆ ਉੱਥੋਂ ਸਟੂਡੈਂਟਸ ਨੂੰ ਥੋੜ੍ਹਾ ਜਿਹਾ ਅਵੋਇਡ ਕਰਨਾ ਚਾਹੀਦਾ ਫਿਊਚਰ ਵਿੱਚ। ਆਈ ਨੋ ਕਿ ਬਰੈਂਪਟਨ, ਟੋਰਾਂਟੋ ਸਾਨੂੰ ਬਿਲਕੁਲ ਘਰ ਵਰਗਾ ਲੱਗਦਾ, ਉੱਥੇ ਜਾ ਕੇ ਸਾਨੂੰ ਲੱਗਦਾ ਹੀ ਨਹੀਂ ਹੈਗਾ ਕਿ ਅਸੀਂ ਕੋਈ ਉੱਪਰੇ ਦੇਸ਼ ਵੀ ਆਏ ਹਾਂ। ਬਟ ਜਿਵੇਂ ਜੋ ਜਿੱਦਾਂ ਦੇ ਸੀਨ ਜਿਵੇਂ ਆ ਵੀ ਨਿਊਜ਼ ਆਈ ਹੈ ਔਰ ਫਿਊਚਰ ਵਿੱਚ ਵੀ ਮੈਂ ਬੱਚਿਆਂ ਨਾਲ ਬਹੁਤ ਇੰਟਰੈਕਸ਼ਨ ਰੱਖਦਾ ਜਿਹੜੇ ਕੈਨੇਡਾ 'ਚ ਹੈਗੇ ਆ ਜੀ ਔਰ ਜੋ ਦੇਖਣ ਨੂੰ ਆ ਰਿਹਾ ਕਿ ਜਿਹੜੇ ਬਰੈਂਪਟਨ, ਟੋਰਾਂਟੋ ਆ ਰਹੇ ਆ ਉਹਨਾਂ ਨੂੰ ਸਗੋਂ ਜ਼ਿਆਦਾ ਦਿੱਕਤਾਂ ਆ ਰਹੀਆਂ ਰਾਦਰ ਦੈਨ ਜਿਹੜੇ ਬੱਚੇ ਛੋਟੇ ਛੋਟੇ ਸ਼ਹਿਰਾਂ 'ਚ ਜਾ ਰਹੇ ਆ। ਦੇ ਆਰ ਰੀਅਲੀ ਹੈਪੀ, ਉਹਨਾਂ ਨੂੰ ਸਟ੍ਰੈਸ ਤਾਂ ਨਹੀਂ ਹੈਗਾ। ਐਂਡ ਮੇਨ ਸਿਟੀਜ਼ 'ਚ ਬੱਚਿਆਂ ਦਾ ਸਟ੍ਰੈਸ ਲੈਵਲ ਇਜ਼ ਰੀਅਲੀ ਹਾਈ, ਦੇ ਆਰ ਨਾਟ ਏਬਲ ਟੂ ਸਲੀਪ, ਇਹ ਵੀ ਸੁਣਨ 'ਚ ਆ ਰਿਹਾ। ਐਂਡ ਔਰ ਦੇ ਆਰ ਨਾਟ ਏਬਲ ਟੂ ਪੇ ਦੇਅਰ ਰੈਂਟਸ ਬਿਕੋਜ਼ ਦੇਖੋ ਮੇਨ ਸ਼ਹਿਰ ਦਾ ਰੈਂਟ ਜੇ $600 ਹੈ ਮਹੀਨੇ ਦਾ ਤਾਂ ਛੋਟੇ ਸ਼ਹਿਰ ਦਾ ਰੈਂਟ $300 ਤੋਂ $400 ਹੈ। ਸੋ ਸਟੂਡੈਂਟਸ ਇਹ ਚੀਜ਼ ਆਪਾਂ ਭੁੱਲ ਜਾਂਦੇ, ਆਪਾਂ ਕਹਿੰਦੇ ਹਾਂ ਉੱਥੇ ਕੰਮ ਲੱਗ ਜਾਏਗਾ, ਆਪਾਂ ਪੈਸੇ ਜ਼ਿਆਦਾ ਕਮਾ ਲਾਂਗੇ। ਬਟ ਜੇ ਪੈਸੇ ਜ਼ਿਆਦਾ ਕਮਾ ਵੀ ਲਏ ਤਾਂ ਉਹ $500-700 ਆਪਾਂ ਫਾਲਤੂ ਕਿਤੇ ਹੋਰ ਦੇ ਦਾਂਗੇ, ਉਹਦਾ ਕੀ ਫਾਇਦਾ। ਸੋ ਹੁਸਨ ਧਾਲੀਵਾਲ ਦਾ ਲੈ ਲੈਂਦੇ ਹਾਂ ਸਵਾਲ। 6.5 ਬੈਂਡ ਹੈ, ਇੱਕ 'ਚ 5.5 ਹੈ, ਨੋਨ ਮੈਡੀਕਲ ਸਟਰੀਮ ਹੈ, 95% ਨੰਬਰ ਹੈ। ਦੇਖੋ ਨੰਬਰ ਤਾਂ ਬਹੁਤ ਵਧੀਆ ਤੁਹਾਡੇ। ਇੱਕ 'ਚ 5.5 ਬੈਂਡ ਦੇਖੋ ਹੱਲੇ ਤੁਸੀਂ ਕਹੋ ਕਿ ਤੁਸੀਂ ਅਪਲਾਈ ਬਿਲਕੁਲ ਕਰ ਸਕਦੇ ਹੋ, ਗਵਰਨਮੈਂਟ ਕਾਲਜ 'ਚ ਅਪਲਾਈ ਕਰੋ ਐਂਡ ਡੈਫੀਨੇਟਲੀ ਦੇਖੋ ਆਈ ਐਮ ਰੀਅਲੀ ਪੋਜ਼ੀਟਿਵ ਕਿ ਪੋਜ਼ੀਟਿਵ ਰਿਜ਼ਲਟਸ ਆਉਣਗੇ 10 ਅਗਸਤ ਤੋਂ ਬਾਅਦ। ਬਟ ਜੇ ਕਹੀਏ ਕਿ ਕਨਫਰਮੇਸ਼ਨ ਕਦੋਂ ਹੋਏਗੀ ਕਿ ਇੱਕ 'ਚ 5.5 ਬੈਂਡ ਨੂੰ ਤੁਹਾਡਾ ਵੀਜ਼ਾ ਮਿਲਣਾ ਸ਼ੁਰੂ ਹੋ ਗਿਆ, ਉਹ ਮੈਂ 30 ਅਗਸਤ ਜਾਂ 10 ਸਤੰਬਰ ਤੱਕ ਹੀ ਕਲੈਰੀਫਾਈ ਕਰ ਸਕਾਂਗੇ ਜਦੋਂ ਅਸੀਂ 10 ਫਾਈਲਾਂ ਲਾਵਾਂਗੇ ਔਰ ਉਹਨਾਂ 10 ਫਾਈਲਾਂ ਦਾ ਕੀ ਰਿਜ਼ਲਟ ਆਉਂਦਾ, ਦੈਨ ਓਨਲੀ ਆਈ ਕੈਨ
I can ਕੀ ਕਹਿੰਦੇ ਆ clarify on that, but you can definitely apply in a government college and definitely go ahead and pursue your career in Canada. ਸਰ ਓਪਨ ਵਰਕ ਪਰਮਿਟ ਹੈ 20 ਜੁਲਾਈ ਮੈਡੀਕਲ ਅਪਡੇਟ ਹੋਇਆ ਪੀਪੀਆਰ ਨਹੀਂ ਆਈ। ਸੋ ਤਜਿੰਦਰ ਭੁੱਲਰ ਦੇਖੋ ਇਹ ਬਿਲਕੁਲ ਆਪਾਂ ਇਹ ਨਾ ਸੋਚੀਏ ਕਿ ਸਾਡਾ ਮੈਡੀਕਲ ਅਪਡੇਟ ਹੋ ਗਿਆ ਤੇ ਜਲਦੀ ਪੀਪੀਆਰ ਆ ਜਾਏਗੀ। ਅਸੀਂ ਇਟ ਇਜ਼ ਆਲ ਇਨ ਦਾ ਹੈਂਡਸ ਆਫ ਐਮਬੈਸੀ, ਸੋ ਡੂ ਨਾਟ ਪੁਸ਼। ਹਲੇ 10-11 ਦਿਨ ਹੀ ਹੋਏ ਆ, ਕਿਸੇ ਵੀ ਦਿਨ ਪੀਪੀਆਰ ਆ ਸਕਦੀ ਹੈ। ਐਮਏ ਇੰਗਲਿਸ਼ 62% ਹੈ, ਪੀਟੀ 62 ਹੈ। ਯੈਸ ਰਵਿਸ਼ 62 ਇਜ਼ ਐਸਡੀਐਸ ਨਾਓ, ਸੋ ਐਸਡੀਐਸ 'ਚ ਤੁਹਾਡਾ ਕੇਸ ਫੋਲੋ ਹੁੰਦਾ ਤਾਂ ਤੁਸੀਂ ਬਿਲਕੁਲ ਅਪਲਾਈ ਕਰ ਸਕਦੇ ਹੋ। ਹੁਸਨ ਯੈਸ ਦੇਰ ਆਰ ਲਾਈਕ Sioux College is taking, Northern College is taking, Conestoga College is taking, St. Clair College is taking one module 5.5. So these are colleges, all even Humber College is taking one module 5.5. Loyalist College is accepting one module 5.5. So these are all colleges which are accepting one module 5.5. So there are a lot of colleges which are accepting one module, and these are all public colleges, Hussein. And you can visit my nearest office, or if you want to talk to me, you can take an appointment. See 9041390412 WhatsApp आप अभी भी कर सकते हैं अपनी कोई भी query. I have that WhatsApp number with me, so you can WhatsApp your query right now also. ਬਿਲਕੁਲ ਠੀਕ ਹੈ ਜੀ। ਸੋ ਇਹ ਬਹੁਤ ਧਿਆਨ ਦੇਣ ਦੀ ਲੋੜ ਹੈ ਸਾਰੇ ਸਟੂਡੈਂਟਸ ਨੂੰ। ਜਸਮੀਤ ਜੀ ਬਹੁਤ ਇੰਪੋਰਟੈਂਟ ਗੱਲਾਂ ਨੇ ਜਿਹੜੀਆਂ ਉਹ ਸ਼ੇਅਰ ਕਰ ਰਹੇ ਨੇ, ਔਰ ਅੱਜ ਇੱਕ ਬਹੁਤ ਵੱਡੀ ਨਿਊਜ਼ ਹੈ ਜਿਹੜੀ ਉਹ ਬ੍ਰੇਕ ਕੀਤੀ ਹੈ ਜਸਮੀਤ ਜੀ ਨੇ ਕਿ ਕੈਨੇਡਾ ਦੇ ਵਿੱਚ ਇੱਕ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਾ ਕਾਲਜ ਹੈ, ਮੇਨ ਕੈਂਪਸ ਨਹੀਂ ਹੈ। ਸੋ ਉਹਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਨੇ ਜਿਨ੍ਹਾਂ ਦੇ ਵੀਜ਼ੇ ਵੀ ਲੱਗ ਚੁੱਕੇ ਨੇ, ਪਰ ਉਹਨਾਂ ਨੂੰ ਈਮੇਲ ਆ ਰਹੇ ਨੇ ਉਹਨਾਂ ਦੀ ਫੀਸ ਵਾਪਸੀ ਦੇ, ਕਿਉਂਕਿ ਕਾਲਜ ਦੇ ਵਿੱਚ ਪਤਾ ਲੱਗਿਆ ਕਿ ਸੀਟਸ ਨਾਲੋਂ ਜ਼ਿਆਦਾ ਸਟੂਡੈਂਟ ਉਸ ਕਾਲਜ ਨੇ ਦਾਖਲ ਕੀਤੇ ਸੀ। ਸੋ ਇਸ ਕਰਕੇ ਬਹੁਤ ਜ਼ਰੂਰੀ ਹੋ ਗਿਆ ਹੁਣ ਜਿਹੜੇ ਸਾਡੇ ਸਟੂਡੈਂਟਸ ਨੇ ਕੈਨੇਡਾ ਦੇ ਵਿੱਚ ਐਜੂਕੇਸ਼ਨ ਲੈਣੀ ਹੈ ਕਿ ਉਹ ਬਹੁਤ ਸੋਚ ਸਮਝ ਕੇ ਡਿਸੀਜਨ ਲੈਣ। ਹਾਲਾਂਕਿ ਉਹਨਾਂ ਨੂੰ ਖਤਰਾ ਮੈਨੂੰ ਲੱਗਦਾ ਕਿਸੇ ਤਰ੍ਹਾਂ ਦਾ ਨਹੀਂ ਹੈ ਕਿਉਂਕਿ ਉਹਨਾਂ ਦਾ ਵੀਜ਼ਾ ਲੱਗ ਚੁੱਕਿਆ ਹੈ, ਪਰ ਇਹ ਹੈ ਕਿ ਉਹਨਾਂ ਨੂੰ ਇਨਟੇਕ ਹੁਣ, ਕਿਉਂਕਿ ਸਪਟੰਬਰ ਇਨਟੇਕ ਮੈਨੂੰ ਨਹੀਂ ਲੱਗਦਾ ਜਸਮੀਤ ਜੀ ਕਿ ਉਹ ਵਿਦਿਆਰਥੀ ਅਗਰ ਕਿਸੇ ਹੋਰ ਕਾਲਜ 'ਚ ਐਡਮਿਸ਼ਨ ਲੈਣਗੇ ਤੇ ਸਪਟੰਬਰ ਇਨਟੇਕ ਮਿਲ ਜਾਏਗਾ, ਮੈਨੂੰ ਇਹ ਮੁਸ਼ਕਿਲ ਲੱਗਦਾ। ਸੋ ਹੁਣ ਉਹਨਾਂ ਨੂੰ ਨਿਸ਼ਚਿਤ ਤੌਰ ਤੇ ਇਸ ਤੋਂ ਨੈਕਸਟ ਇਨਟੇਕ ਦੇ ਵਿੱਚ ਕੀ ਉਹਨਾਂ ਦਾ ਕੋਰਸ ਉੱਥੇ ਅਵੇਲੇਬਲ ਹੈ, ਇਹ ਵੀ ਫਿਰ ਨੈਕਸਟ ਇਨਟੇਕ ਦਾ ਸਵਾਲ ਬਣ ਜਾਂਦਾ ਹੈ। ਪਰ ਇਹ ਚੀਜ਼ ਜਿਹੜੀ ਹੈ ਉੱਥੇ ਵਾਪਰੀ ਹੈ ਅਫੀਸ਼ੀਅਲ, ਕਿਉਂਕਿ ਈਮੇਲਸ ਆ ਰਹੀਆਂ ਨੇ। ਜਸਮੀਤ ਜੀ ਨੇ ਉਹਨਾਂ ਈਮੇਲਸ ਦੇ ਹਵਾਲੇ ਦੇ ਨਾਲ ਜਿਹੜੀ ਇਹ ਗੱਲ ਬਾਹਰ ਕੀਤੀ ਹੈ। ਕਾਲਜ ਦਾ ਨਾਮ ਇਸ ਕਰਕੇ ਨਹੀਂ ਜਸਮੀਤ ਜੀ ਦੱਸ ਰਹੇ ਤਾਂ ਕਿ ਸਟੂਡੈਂਟਸ ਪੈਨਿਕ ਨਾ ਹੋਣ। ਡਰਨ ਵਾਲੀ ਗੱਲ ਨਹੀਂ ਹੈ, ਅਵੇਅਰ ਹੋਣ ਵਾਲੀ ਗੱਲ ਹੈ ਫਿਊਚਰ ਲਈ। ਔਰ ਤੁਹਾਡੀ ਫੀਸ ਸੇਫ ਹੈ, ਅਗਰ ਉਹ ਫੀਸ ਵਾਪਸ ਕਰ ਰਹੇ ਨੇ ਤੇ ਵੀਜ਼ਾ ਤਾਂ ਤੁਹਾਡਾ ਲੱਗਿਆ। ਤੇ ਜਸਮੀਤ ਜੀ ਅਗਰ ਇਸ ਤਰ੍ਹਾਂ ਦੇ ਸਟੂਡੈਂਟ ਜਿਨ੍ਹਾਂ ਨੂੰ ਇਹ ਮੇਲਸ ਆਈਆਂ ਨੇ, ਕਿਉਂਕਿ ਨੰਬਰ ਆਫ ਸਟੂਡੈਂਟਸ ਹੋ ਸਕਦੇ ਨੇ, ਦੇਖੋ ਐਗਜ਼ੈਕਟ ਫਿਗਰ ਨਹੀਂ ਹੈ, ਬਟ ਮੇ ਬੀ ਮੋਰ ਦੈਨ 100 200 300 ਇਸ ਤਰ੍ਹਾਂ ਹੋ ਸਕਦੇ ਨੇ ਇੰਡੀਅਨ ਸਟੂਡੈਂਟਸ। ਤੇ ਅਗਰ ਤੁਹਾਨੂੰ ਇਸ ਤਰ੍ਹਾਂ ਦੇ ਸਟੂਡੈਂਟਸ ਅਪਰੋਚ ਕਰਦੇ ਨੇ ਜਿਨ੍ਹਾਂ ਨੂੰ ਈਮੇਲ ਵਗੈਰਾ ਆਈ ਹੈ ਫੀਸ ਰਿਫੰਡ ਦੀ, ਜੀ ਉਹਨਾਂ ਨੂੰ ਬਿਲਕੁਲ ਆਪਸ਼ਨ ਦਵਾਂਗੇ ਸਰ। ਸਪਟੈਂਬਰ 'ਚ ਵੀ ਮੈਂ ਦੱਸਿਆ ਕਿ ਸਾਡੇ ਕੋਲ ਆਪਸ਼ਨਸ ਹੈਗੀਆਂ ਉਹਨਾਂ ਕੋਲ ਹੀ, ਸੋ ਬਿਲਕੁਲ ਆਪਸ਼ਨ ਦਵਾਂਗੇ। ਐਂਡ ਸਟੂਡੈਂਟਸ ਬਿਲਕੁਲ ਸਾਡੇ ਕੋਲ ਆਪਸ਼ਨਸ ਰਾਈਟ ਨਾਓ ਸਪਟੈਂਬਰ ਲਈ ਵੀ ਹੈਗੀਆਂ, ਔਰ ਸਪਟੈਂਬਰ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਵੀ ਸਾਡੇ ਕੋਲ ਆਪਸ਼ਨਸ ਹੈਗੀਆਂ। ਬਿਲਕੁਲ। ਸੋ ਜਸਮੀਤ ਜੀ ਔਰ ਜਸਮੀਤ ਜੀ ਦੀ ਟੀਮ ਕੋਲੇ ਬਕਾਇਦਾ ਆਪਸ਼ਨਸ ਨੇ। ਮੈਂ ਸਾਰੇ ਸਟੂਡੈਂਟਸ ਨੂੰ ਦੱਸ ਦਵਾਂ, ਕੱਲ ਤੋਂ ਅਸੀਂ ਠੀਕ 4:15 ਵਜੇ ਲਾਈਵ ਹੋਇਆ ਕਰਾਂਗੇ ਜਸਮੀਤ ਜੀ ਔਰ ਮੈਂ, ਔਰ ਹਰ ਰੋਜ਼ ਜਿਹੜੇ ਇੰਪੋਰਟੈਂਟ ਅਪਡੇਟਸ ਨੇ ਉਹਨਾਂ ਨੂੰ ਅਸੀਂ ਅੱਗੇ ਵਧਾਇਆ ਕਰਾਂਗੇ। ਸੋ ਇਹ ਰੂਟੀਨ ਹੈ, ਔਰ ਤੁਸੀਂ ਲਾਈਵ ਕਾਲ ਵੀ ਕਰ ਸਕਦੇ ਹੋ 90413 90412। ਸ਼ੋਅ ਤੋਂ ਬਾਅਦ ਵੀ ਸਟੂਡੈਂਟਸ ਜਸਮੀਤ ਜੀ ਨੂੰ ਇਸੇ ਨੰਬਰ ਤੇ ਕਾਲ ਕਰ ਸਕਦੇ ਨੇ, ਔਰ ਸਾਡੀ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਇਸੇ ਤਰ੍ਹਾਂ ਅੱਗੇ ਵਧਦਾ ਰਹਿਣਾ। ਜਸਮੀਤ ਜੀ ਪਾਲਿਸੀ ਕੰਪਲਾਇੰਸ ਕਿੰਨਾ ਕੁ ਇੰਪੋਰਟੈਂਟ ਉੱਥੇ ਸਬਜੈਕਟ ਹੈ? ਜਿਵੇਂ ਹੁਣ ਕੈਨੇਡਾ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਜਾਂ ਪਾਲਿਸੀ ਕੰਪਲਾਇੰਸ ਡਿਪਾਰਟਮੈਂਟ ਕਾਲਜਸ ਦੀ ਚੈਕਿੰਗ ਕਰ ਰਿਹਾ, ਸੋ ਕੀ ਸਾਰੇ ਜਿਹੜੇ ਕਾਲਜਸ ਨੇ ਉਹਨਾਂ ਦੇ ਵਿੱਚ ਜ਼ਰੂਰਤ ਨਾਲੋਂ ਵੱਧ ਬੱਚੇ ਪੜ੍ਹ ਰਹੇ ਨੇ ਕੈਨੇਡਾ ਦੇ ਵਿੱਚ ਵੀ? ਸੀ ਦੇਖੋ ਪਾਲਿਸੀ ਕੰਪਲਾਇੰਸ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਐਂਡ ਜਿਹੜੇ ਕਾਲਜਸ, ਜਿਵੇਂ ਦੇਖੋ ਸਰਕਾਰੀ ਕਾਲਜਸ ਤਾਂ ਅਸੀਂ ਸੋਚ ਨਹੀਂ ਸਕਦੇ ਕਿ ਗੁੰਜਾਇਸ਼ ਹੈਗੀ ਪਾਲਿਸੀ ਕੰਪਲਾਇੰਸ ਨਾ ਹੋਵੇ,
ਸੋ ਸਰਕਾਰੀ ਕਾਲਜਸ ਤਾਂ ਕਿਤੇ ਵੀ ਗੁੰਜਾਇਸ਼ ਨਹੀਂ ਹੈਗੀ ਕਿ ਉਹ ਪਾਲਿਸੀ ਕੰਪਲਾਇੰਸ ਨਾ ਫੋਲੋ ਕਰਨ, ਬਟ ਜਦੋਂ ਆਪਾਂ ਕੀ ਕਹਿੰਦੇ ਆ, ਜਦੋਂ ਆਪਾਂ ਨਹੀਂ ਫੋਲੋ ਕਰਦੇ ਤਾਂ ਪ੍ਰਾਈਵੇਟ ਕਾਲਜ 'ਚ ਦੇਖੋ, ਤੁਹਾਨੂੰ ਪਤਾ ਹੀ ਇੱਕ ਲਸਟ 'ਚ ਚੀਜ਼ ਹੁੰਦੀ ਆ, ਆਪਾਂ ਲਸਟ ਕੀ ਕਹਿੰਦੇ ਆ ਚੀਜ਼ ਹੁੰਦੀ ਆ, ਤਾਂ ਉਹ ਲਸਟ ਨੂੰ ਕਹਿ ਕਹਿ ਕੇ ਕੀ ਕਹਿੰਦੇ ਆਪਾਂ ਕਹਿੰਦੇ ਆ ਕਿ ਵੀ ਹੈਵ ਟੂ ਗੋ ਐਂਡ ਗੈਟ ਮੋਰ ਸਟੂਡੈਂਟ, ਆਪਾਂ ਕਹਿੰਦੇ ਕਿ ਆਪਾਂ ਵੀ ਕੀ ਜ਼ਿਆਦਾ ਕਰ ਲਈਏ ਜ਼ਿਆਦਾ ਕਰ ਲਈਏ, ਪਰ ਭਾਵੇਂ ਪਤਾ ਨਹੀਂ ਸੰਭਾਲ ਸਕਦੇ ਆ ਨਹੀਂ ਸੰਭਾਲ ਸਕਦੇ, ਪਰ ਆਪਾਂ ਕਹਿੰਦੇ ਆ ਜ਼ਿਆਦਾ ਕਰ ਲਈਏ ਜ਼ਿਆਦਾ ਕਰ ਲਈਏ ਜੀ। ਸੋ ਸਟੂਡੈਂਟਸ ਉਹ ਚੀਜ਼ ਆਪਾਂ ਪ੍ਰਾਈਵੇਟ 'ਚ ਹੀ ਹੋਣ ਦੀ ਉਮੀਦ ਹੁੰਦੀ ਆ, ਔਰ ਉਹੀ ਗੱਲ ਹੈ ਕਿ ਪ੍ਰਾਈਵੇਟ 'ਚ ਹੋਈ ਹੈ ਇਹ ਚੀਜ਼, ਐਂਡ ਇੱਦਾਂ ਹੀ ਕੀ ਕਹਿੰਦੇ ਆ ਸਟੂਡੈਂਟਸ ਕੀ ਕਹਿੰਦੇ ਆ ਇਸ ਚੀਜ਼ ਨਾਲ ਅਫੈਕਟ ਹੋਏ ਆ। ਸੋ ਮੈਂ ਇਹ ਨਹੀਂ ਕਹਿੰਦਾ ਕਿ ਪੀਪੀਪੀ 'ਚ ਕੋਈ ਪ੍ਰੋਬਲਮ ਹੈਗੀ ਹੈ, ਦੇयर ਇਜ਼ ਨੋ ਪ੍ਰੋਬਲਮ ਐਟ ਆਲ, ਦੇਰ ਆਰ ਲੋਟ ਆਫ ਕਾਲਜਸ ਐਂਡ ਕੁਛ ਕਾਲਜਸ ਬਹੁਤ ਸਟ੍ਰਿਕਟ ਹੈਗੇ ਆਪਣੇ ਕੰਪਲਾਇੰਸ ਨੂੰ ਲੈ ਕੇ, ਐਂਡ ਬੱਚੇ ਵੀ ਇਹ ਕਾਲਜ ਇਸ ਲਈ ਚੂਜ਼ ਕਰਦੇ ਆ ਕਿਉਂਕਿ ਇੱਥੇ ਕੰਪਲਾਇੰਸ ਨਹੀਂ ਫੋਲੋ ਹੁੰਦਾ, ਇੱਥੇ ਪੜ੍ਹਾਇਆ ਨਹੀਂ ਜਾਂਦਾ ਬੱਚਿਆਂ ਨੂੰ, ਤੇ ਸੋ ਜਿਹੜੇ ਬੱਚਿਆਂ ਨੂੰ ਨਹੀਂ ਪੜ੍ਹਾਇਆ ਜਾਂਦਾ, ਸੋ ਉਹ ਬੱਚੇ ਕੀ ਕਹਿੰਦੇ ਆ ਕੰਪਲਾਇੰਸ ਦੇਖੋ, ਜੇ ਬੱਚੇ ਪੜ੍ਹ ਹੀ ਨਹੀਂ ਰਹੇ ਤਾਂ ਸਟੱਡੀ ਵੀਜ਼ਾ ਤੇ ਆਏ ਆ, ਉਹਨਾਂ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਜਾਂ ਉਹਨਾਂ ਨੂੰ ਕਿੱਦਾਂ ਪੜ੍ਹਾਇਆ ਜਾ ਰਿਹਾ ਵੀ ਡੋਂਟ ਨੋ। ਬੱਚੇ ਵੀ ਕਾਲਜਸ ਇਸ ਲਈ ਚੂਜ਼ ਕਰਦੇ ਕਿ ਸਾਨੂੰ ਪੜ੍ਹਨਾ ਨਹੀਂ ਪੈ ਰਿਹਾ, ਪਰ ਸਟੂਡੈਂਟਸ ਨੂੰ ਮੈਨੂੰ ਕਹਿਣਾ ਚਾਹਾਂਗਾ ਕਿ ਦੇਖੋ ਆਪਾਂ ਉੱਥੇ ਪੜ੍ਹਨ ਜਾ ਰਹੇ ਹਾਂ, ਐਂਡ ਜੇ ਅਸੀਂ ਪੜ੍ਹ ਹੀ ਨਹੀਂ ਰਹੇ ਫਿਰ ਕੀ ਫਾਇਦਾ, ਫਿਰ ਆਪਾਂ ਇੰਨੇ ਲੱਖਾਂ ਰੁਪਈਏ ਕਿਉਂ ਦੇ ਰਹੇ। ਸੋ ਸਟੂਡੈਂਟਸ ਇਟ ਇਜ਼ ਅ ਸੀਰੀਅਸ ਮੈਟਰ, ਔਰ ਕੱਲ ਨੂੰ ਜਦੋਂ ਜਿੰਨੇ ਸਟੂਡੈਂਟਸ ਜਿੰਨੀ ਵੱਡੀ ਕੁਆਂਟਿਟੀ ਬੱਚੇ ਉੱਥੇ ਜਾ ਰਹੇ ਹੈ ਤਾਂ ਇਦਾਂ ਦੀਆਂ ਨਿਊਜ਼ ਹੋਰ ਮਿਲਣਗੀਆਂ ਸੁਣਨ ਨੂੰ ਮਿਲਣਗੀਆਂ ਆਪਾਂ ਨੂੰ। ਬਿਲਕੁਲ ਠੀਕ ਹੈ ਜੀ। ਸੋ ਫੀਸ ਰਿਫੰਡ ਬਾਏ ਇਹ ਕਾਲਜ, ਇਹ ਪਬਲਿਕ ਪ੍ਰਾਈਵੇਟ ਕਾਲਜ ਹੈ ਸਰ? ਜਸਮੀਤ ਜੀ, ਇਹਨਾਂ ਕਾਲਜਾਂ ਨੂੰ ਅਸੀਂ ਐਗਜ਼ੈਕਟਲੀ ਕੀ ਇਹਨਾਂ ਨੂੰ ਅਸੀਂ ਸੰਬੋਧਨ ਕਰਦੇ ਹਾਂ ਜਿਹੜੇ ਇਸ ਤਰ੍ਹਾਂ ਦੇ ਕਾਲਜ ਹੁੰਦੇ ਨੇ? ਸੋ ਨੈਟਵਰਕ ਇਸ਼ੂ ਮੈਨੂੰ ਲੱਗਦਾ ਇਸ ਵਕਤ ਜਸਮੀਤ ਜੀ ਨਾਲ ਹੈ। ਜਸਮੀਤ ਜੀ, ਜਿਸ ਤਰ੍ਹਾਂ ਇਹ ਕਾਲਜ ਹੈ ਇੱਕ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ, ਇਸ ਤਰ੍ਹਾਂ ਦੇ ਕਿੰਨੇ ਕੁ ਕਾਲਜ ਨੇ ਕੈਨੇਡਾ ਦੇ ਵਿੱਚ ਹੋਰ? ਦੇਖੋ ਬਹੁਤ ਸਾਰੇ ਕਾਲਜਸ ਹੈਗੇ ਆ, ਲੈਂਪਟਨ ਕਾਲਜ ਹੈ, ਲਾਇਲਿਸਟ ਕਾਲਜ ਹੈ, ਸੂ ਕਾਲਜ ਹੈ, ਅਲਗੋਨਕੁਇਨ ਕਾਲਜ ਹੈ, ਸੇਂਟ ਕਲੀਅਰ ਕਾਲਜ ਹੈ, ਫੈਨਸ਼ਾ ਕਾਲਜ ਹੈ, ਜਾਰਜੀਅਨ ਕਾਲਜ ਹੈ, ਨਾਇਗਰਾ ਕਾਲਜ ਹੈ, ਫਲੇਮਿੰਗ ਕਾਲਜ ਹੈ। ਸੋ ਬਹੁਤ ਸਾਰੇ ਕਾਲਜਸ ਹੈਗੇ, ਖਾਸ ਕਰ ਓਨਟਾਰੀਓ ਕਾਲਜਸ ਹੈ ਜੀ। ਅੱਛਾ, ਇਹਨਾਂ ਕਾਲਜਸ ਦਾ ਪਾਲਿਸੀ ਕੰਪਲਾਇੰਸ ਅੱਛਾ ਹੈ? ਦੇਖੋ ਪ੍ਰਾਈਵੇਟ 'ਚ ਫਿਰ ਦੇਖੋ ਨਾ, ਮੈਂ ਉਹੀ ਗੱਲ ਕਹਿਣਾ ਦਲਾ ਜੀ, ਇਹ 'ਚ ਕੋਈ ਵੀ ਪ੍ਰਾਈਵੇਟ ਬੰਦਾ ਜਦੋਂ ਇਨਵੋਲਵਡ ਹੋ ਜਾਂਦਾ ਨਾ, ਉਹ ਹੁਣ ਕੰਪਲਾਇੰਸ ਫੋਲੋ ਕਰਦਾ ਨਹੀਂ ਕਰਦਾ, ਕਿੱਦਾਂ ਹੁੰਦਾ ਕਿੱਦਾਂ ਨਹੀਂ ਹੁੰਦਾ, ਵੀ ਕੈਨ ਨਾਟ ਕਮੈਂਟ ਔਨ ਇਟ। ਸੇਂਟ ਲਾਰੈਂਸ ਕਾਲਜ ਹੈ, ਸੋ ਮੈਨੂੰ ਇਸ ਚੀਜ਼ ਤੇ ਜੇ ਅਸੀਂ ਗੱਲ ਕਹੀਏ ਕਿ ਕੰਪਲਾਇੰਸ ਪ੍ਰਾਈਵੇਟ ਕਾਲਜਸ ਨਾਰਮਲੀ ਇੱਕ ਆਪਣੀ ਹਿਊਮਨ ਬੀਇੰਗ ਦੀ ਆਦਤ ਹੁੰਦੀ ਹੈ ਕਿ ਆਪਾਂ ਇਗਨੋਰ ਕਰਦੇ ਹਾਂ ਪਾਲਿਸੀ ਕੰਪਲਾਇੰਸ। ਸੋ ਜਦੋਂ ਆਪਾਂ ਇਗਨੋਰ ਕਰਦੇ ਹਾਂ ਪਾਲਿਸੀ ਕੰਪਲਾਇੰਸ ਤਾਂ ਇਹ ਚੀਜ਼ਾਂ ਹੁੰਦੀਆਂ। ਸੋ ਇਸ ਚੀਜ਼ ਨੂੰ ਹੀ ਦੇਖਦਿਆਂ ਹੋਇਆਂ ਮੈਨੂੰ ਲੱਗਦਾ ਕਿ ਸਟੂਡੈਂਟਸ ਇੱਕ ਮੇਨ ਕੈਂਪਸ ਚੂਜ਼ ਕਰਨ, ਦੈਟ ਵਿਲ ਬੀ ਬੈਟਰ, ਐਂਡ ਸਟੂਡੈਂਟਸ ਜੇ ਕੋਸ਼ਿਸ਼ ਕਰਨ ਕਿ ਉਹ ਵੀ ਆਪਣੀ ਕੰਪਲਾਇੰਸ ਪ੍ਰੋਪਰਲੀ ਫੋਲੋ ਕਰਨ। ਕੱਲ੍ਹ ਨੂੰ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣ 'ਚ ਦਿੱਕਤ ਆਏਗੀ, ਜਿਹੜੇ ਸਟੂਡੈਂਟ ਕਾਲਜਸ ਚੇਂਜ ਕਰਨਗੇ, ਜਿਹੜੇ ਕਲਾਸਾਂ ਨਹੀਂ ਲਾਉਣਗੇ, ਜਿਹੜੇ ਕੀ ਕਹਿੰਦੇ ਫੇਲ ਹੋ ਜਾਣਗੇ, ਤਾਂ ਦਿੱਕਤਾਂ ਆਉਣਗੀਆਂ ਹੀ ਆਉਣਗੀਆਂ। ਪਰ ਸਟੂਡੈਂਟਸ ਦਿਸ ਇਜ਼ ਰੀਅਲੀ ਇੰਪੋਰਟੈਂਟ ਕਿ ਤੁਸੀਂ ਕੰਪਲਾਇੰਸ ਫੋਲੋ ਕਰੀਏ ਆਪਾਂ। ਬਿਲਕੁਲ ਠੀਕ ਹੈ, ਇਹ ਬੜਾ ਜ਼ਰੂਰੀ ਹੈ ਕਿ ਕੰਪਲਾਇੰਸ ਕਾਲਜ ਵੀ ਫੋਲੋ ਕਰਨ। ਔਰ ਦੇਖੋ ਜੇ ਹਰਿੰਦਰ ਸਿੱਧੂ ਤੇ ਜਸ ਮਾਨ ਦਾ ਕੁਐਸਚਨ ਹੈ ਕਿ ਉਹਨਾਂ ਦੀਆਂ ਆਫਰਾਂ ਰਿਵੋਕ ਹੋ ਗਈਆਂ ਐਂਡ ਉਹ ਟਰੈਵਲ ਕਰਨਾ ਚਾਹੁੰਦੇ ਆ, ਸੋ ਇਟ ਇਜ਼ ਨਾਟ ਐਡਵਾਈਜ਼ੇਬਲ ਫॉर ਯੂ ਟੂ ਟਰੈਵਲ। ਕਿ ਤੁਹਾਨੂੰ ਉੱਥੇ 에ਅਰਪੋਰਟ ਤੇ ਜੇ ਕੋਈ ਕੁਐਸਚਨ ਪੁੱਛ ਲਿਆ ਜਾਂਦਾ ਤਾਂ ਯੂ ਕੈਨ ਬੀ ਇਨ ਟਰਬਲ ਆਲਸੋ, but you should have your confirmed your offer letter and intake starting dates with you. But if you want to travel, you can, yes, travel, but there will be risk of 5%, not more than that. ਅੱਛਾ ਜਸਮੀਤ ਜੀ, ਇੱਕ ਬੜਾ ਇੰਪੋਰਟੈਂਟ ਸਵਾਲ ਹੈ, ਸਟੂਡੈਂਟ ਪੀਪੀਪੀ ਕੈਂਪਸ ਕਿਉਂ ਸਿਲੈਕਟ ਕਰਦੇ? ਇਹਦੇ ਪਿੱਛੇ ਰੀਜ਼ਨ ਕੀ ਹੁੰਦਾ? ਇਹੀ ਰੀਜ਼ਨ ਹੈ ਸਰ ਕਿ ਕਲਾਸਾਂ ਘੱਟ ਲੱਗਦੀਆਂ, ਪੜ੍ਹਾਇਆ ਨਹੀਂ ਜਾਂਦਾ, ਕੰਪਲਾਇੰਸ ਨਹੀਂ ਫੋਲੋ ਹੁੰਦਾ। ਕੰਪਲਾਇੰਸ ਨਹੀਂ ਫੋਲੋ ਹੁੰਦਾ, ਕਲਾਸਾਂ ਘੱਟ ਲੱਗਦੀਆਂ, ਬੱਚੇ ਕਹਿੰਦੇ ਅਸੀਂ 2 ਦਿਨ ਵਾਲੇ ਕਲਾਸ 'ਚ ਸਕੂਲ 'ਚ ਜਾਣਾ, ਬਟ ਉੱਥੇ ਪੜ੍ਹਾਇਆ ਵੀ ਜਾਂਦਾ ਕਿ ਨਹੀਂ ਪੜ੍ਹਾਇਆ ਜਾਂਦਾ, ਵੀ ਡੋਂਟ ਨੋ ਦੈਟ। ਐਂਡ ਬੱਚਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਘੱਟੋ ਘੱਟ ਪੜ੍ਹੀਏ ਔਰ ਮੈਕਸੀਮਮ ਅਸੀਂ ਕੰਮ ਕਰੀਏ।
ਸੋ ਦੈਟ ਇਜ਼ ਬੇਸਿਕਲੀ ਦ ਰੀਜ਼ਨ। ਚਲੋ ਉਹ 'ਚ ਬੁਰਾ ਵੀ ਨਹੀਂ ਹੈ, ਬੱਚਿਆਂ ਨੂੰ ਹੁੰਦਾ ਕਿ ਮਾਂ ਪਿਓ ਨੇ ਜਿਹੜੇ ਪੈਸੇ ਲਾ ਕੇ ਭੇਜੇ ਆ ਆਪਾਂ ਫਟਾਫਟ ਉਤਾਰੀਏ, ਬਟ ਜਿਹਨੂੰ ਕਹਿੰਦੇ ਕਿ ਆਪਾਂ ਜੇ ਠੰਡਾ ਕਰਕੇ ਖਾਈਏ ਨਾ ਉਹ ਵਧੀਆ ਰਹਿੰਦਾ। ਸੋ ਆਪਾਂ ਆਰਾਮ ਨਾਲ ਪੇਸ਼ੈਂਟਲੀ ਆਪਾਂ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੈ ਉਹ ਫੋਲੋ ਕਰੀਏ, ਔਰ ਆਰਾਮ ਨਾਲ ਆਪਣੀ ਹੌਲੀ ਹੌਲੀ ਸਪੀਡ 'ਚ। ਦੇਖੋ 2 ਸਾਲ ਔਖੇ ਆ ਕੱਟਣੇ, initial 2 years are tough, yes you have to be prepared for those 2 years ਜਿਹੜੇ ਤੁਸੀਂ ਕੈਨੇਡਾ 'ਚ ਜਾ ਰਹੇ ਹੋ। 2 years are tough, but ਉਸ ਤੋਂ ਬਾਅਦ ਸਿੰਪਲੀਫਾਈ ਵੀ ਹੋ ਜਾਂਦੀਆਂ ਚੀਜ਼ਾਂ। ਸੋ ਸਟੂਡੈਂਟਸ ਇਟ ਇਜ਼ yes you have to ਕੀ ਕਹਿੰਦੇ ਆ be very very careful when you go to Canada, and you have to be very careful about choosing your friends also। ਮਤਲਬ ਹੁਣੇ ਸੁਣਨ ਚ ਆਇਆ ਕਿ ਰੂਮਮੇਟਸ ਹੀ ਆਪਸ 'ਚ ਚੋਰੀ ਕਰਨ ਲੱਗ ਗਏ ਇੱਕ ਦੂਜੇ ਨੂੰ, ਸੋ ਪਾਸਪੋਰਟ ਚੋਰੀ। ਉਹ ਤਾਂ ਇੱਕ ਪਰਸਨਲ ਕੰਡਕਟ ਦਾ ਮੈਟਰ ਹੈ, ਉਹਦੇ ਚ ਤਾਂ ਬਿਲਕੁਲ ਸਾਡੇ ਸਟੂਡੈਂਟਸ ਨੂੰ ਹੋਰ ਸਿਆਣੇ ਬਣਨ ਦੀ ਲੋੜ ਹੈ ਕਿ ਅਗਰ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਤੇ ਨਾਲੇ ਕਿਸੇ ਨੂੰ ਆਪਾਂ ਫੋਲੋ ਨਹੀਂ ਕਰਨਾ ਕਿ ਉੱਥੇ ਜਾ ਕੇ ਕੋਈ ਵੱਡੀ ਗੱਡੀ ਚਲਾ ਰਿਹਾ ਤਾਂ ਮੈਂ ਵੀ ਵੱਡੀ ਗੱਡੀ ਕਢਾ ਲਾਂ। ਸੋ ਆਪਣੀ ਲਾਈਫ ਹੈ, ਤੁਸੀਂ ਆਪਣੇ ਤਰੀਕੇ ਜੀਣੀ ਹੈ, ਯੂ ਹੈਵ ਟੂ ਬੀ ਵੈਰੀ ਵੈਰੀ ਕੇਅਰਫੁਲ ਅਬਾਊਟ ਯੋਰ ਫਾਈਨੈਂਸ਼ੀਅਲ। ਸਭ ਤੋਂ ਆਪਣੇ ਬੱਚੇ ਛੋਟੇ ਛੋਟੇ ਹੁੰਦੇ ਆ, 12ਵੀਂ ਕਰਕੇ ਗਏ ਹੁੰਦੇ ਆ, ਉਹਨਾਂ ਨੂੰ ਫਾਈਨੈਂਸ਼ੀਅਲ ਮੈਟਰਸ ਇੰਨੇ ਪਤਾ ਨਹੀਂ ਹੁੰਦੇ। ਉੱਥੇ ਜਾ ਕੇ ਕ੍ਰੈਡਿਟ ਕਾਰਡ ਮਿਲ ਜਾਂਦਾ ਜਿਹਦੀ ਲਿਮਿਟ 10-12 ਲੱਖ ਰੁਪਈਆ ਹੁੰਦੀ ਹੈ, ਤਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇਹਦੇ 4% ਵਿਆਜ ਆ ਮਹੀਨੇ ਦਾ। ਸੋ ਕ੍ਰੈਡਿਟ ਕਾਰਡ ਦੀ ਲਿਮਿਟ ਸਾਰੀ ਖਤਮ ਕਰ ਲੈਂਦੇ ਆ, ਸ਼ਾਪਿੰਗ ਕਰਦੇ ਆ, ਐਕਸੈਸਿਵ ਐਕਸਪੈਂਸ ਕਰਦੇ ਆ। ਸੋ ਯੂ ਹੈਵ ਟੂ ਬੀ ਰੀਅਲੀ ਰੀਅਲੀ ਕੇਅਰਫੁਲ। ਜਸਮਾਨ ਦੇਖੋ ਇਟ ਇਜ਼ ਯੋਰ ਕੀ ਕਹਿੰਦੇ ਆ, ਇਟ ਇਜ਼ ਯੋਰ ਵਿਸ਼ ਇਫ ਯੂ ਵਾਂਟ ਟੂ ਟਰੈਵਲ, ਬਟ ਯੂ ਸ਼ੁਡ ਟਰੈਵਲ ਵੈਨ ਯੋਰ ਕਲਾਸਿਸ ਵਿਲ ਸਟਾਰਟ। ਰਜਾਈਨਾ 'ਚ ਦੇਖੋ ਸਸਕੈਚੁਅਨ ਪੋਲੀਟੈਕਨਿਕ ਹੈਗਾ ਜਿਹਦੀ ਰਿਕੁਆਇਰਮੈਂਟ ਹੈ 6.5 ਬੈਂਡ ਹੁਸਨ ਐਂਡ 1 ਮੋਡਿਊਲ 5.5 ਉਹ ਐਕਸੈਪਟ ਕਰਦੇ ਆ। ਔਰ ਜੇ ਤੁਸੀਂ ਯੂਨੀਵਰਸਿਟੀ ਆਫ ਰਜਾਈਨਾ ਕਰੋਗੇ ਰਜਾਈਨਾ ਵਿੱਚ ਅਪਲਾਈ ਤਾਂ ਦੇ ਵਿਲ ਗਿਵ ਯੂ ਐਨ ESL ਕੋਰਸ ਅਲੋਂਗ ਵਿਦ ਯੋਰ ਸਟੱਡੀਜ਼। ਐਂਡ ਐਡਮਿੰਟਨ ਵਿੱਚ ਨਾਰਥਵੈਸਟ ਕਾਲਜ ਤੁਹਾਨੂੰ ਐਕਸੈਪਟ ਕਰ ਲਏਗਾ, ਨਾਰਥਵੈਸਟ ਕਾਲਜ ਇਨ ਐਡਮਿੰਟਨ ਵਿਲ ਐਕਸੈਪਟ ਯੂ। ਬਿਲਕੁਲ ਠੀਕ ਹੈ ਜੀ, ਅੱਛੇ ਕਾਲਜ ਨੇ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੂੰ ਅਸੈਪਟ ਕਰਦੇ ਨੇ, ਬਟ ਤੁਸੀਂ ਸਾਰੀਆਂ ਚੀਜ਼ਾਂ ਸੋਚ ਸਮਝ ਕੇ ਐਡਮਿਸ਼ਨ ਲੈਣੀ ਹੈ। ਸੋ ਮੈਂ ਅੱਗੇ ਵੀ ਕਹਿੰਦਾ ਹੁੰਦਾ ਸਾਰੇ ਸਟੂਡੈਂਟਸ ਨੂੰ ਕਿ ਜਦੋਂ ਤੁਸੀਂ ਕੈਨੇਡਾ 'ਚ ਐਡਮਿਸ਼ਨ ਲੈਣੀ ਹੈ ਤੇ ਤੁਸੀਂ ਸਭ ਤੋਂ ਪਹਿਲਾਂ ਜਦੋਂ ਸਿਲੈਕਸ਼ਨ ਆਫ ਏਜੰਟ ਦੀ ਵਾਰੀ ਆਉਂਦੀ ਹੈ ਜਾਂ ਕੰਸਲਟੈਂਟ ਦੀ ਵਾਰੀ ਆਉਂਦੀ ਹੈ ਕਿ ਬਹੁਤ ਸੋਚ ਸਮਝ ਕੇ ਸਾਰੀਆਂ ਚੀਜ਼ਾਂ ਨੂੰ ਖਿਆਲ 'ਚ ਰੱਖਣਾ ਹੈ ਔਰ ਜੈਨੂਅਨ ਕੰਸਲਟੈਂਟ ਕੋਲੇ ਅਪਰੋਚ ਕਰਨਾ ਹੈ, ਫਿਰ ਤੁਸੀਂ ਜ਼ਿੰਦਗੀ 'ਚ ਆਪਣਾ ਡਿਸੀਜਨ ਕਰਨਾ ਹੈ। ਔਰ ਜਿੱਥੇ ਤੱਕ ਗੱਲ ਜਸਮੀਤ ਭਾਟੀਆ ਜੀ ਦੀ ਹੈ, ਲੈਂਡਮਾਰਕ ਇਮੀਗ੍ਰੇਸ਼ਨ ਦੀ ਹੈ, ਲੈਂਡਮਾਰਕ ਇਮੀਗ੍ਰੇਸ਼ਨ ਦਾ ਪਾਲਿਸੀ ਕੰਪਲਾਇੰਸ ਮੇਰੀ ਨਜ਼ਰ ਦੇ ਵਿੱਚ ਬਿਲਕੁਲ ਐਕੂਰੇਟ ਹੈ, ਪਾਲਿਸੀ ਰੂਲਸ ਨੂੰ ਫੋਲੋ ਕਰਦੇ ਨੇ। ਸੋ ਜਸਮੀਤ ਜੀ ਸਿੱਧੇ ਤੌਰ ਤੇ ਅਟੈਚ ਨੇ ਕਾਲਜਸ ਯੂਨੀਵਰਸਿਟੀਜ਼ ਨਾਲ। ਜਸਮੀਤ ਜੀ ਲੈਂਡਮਾਰਕ ਕਿੰਨੇ ਕੁ ਕਾਲਜਸ ਨਾਲ ਡਾਇਰੈਕਟਲੀ ਅਟੈਚ ਹੈ? ਜੇ ਕੈਨੇਡਾ ਦੀ ਗੱਲ ਕਰੀਏ ਤਾਂ 83 ਕਾਲਜਸ ਦੇ ਨਾਲ ਅਸੀਂ ਕੀ ਕਹਿੰਦੇ ਆ ਡਾਇਰੈਕਟਲੀ ਅਟੈਚਡ ਆ, ਐਂਡ ਕੈਨੇਡਾ ਦੇ। ਸੋ USA ਜਰਮਨੀ 'ਚ ਵੀ ਅਸੀਂ ਡਾਇਰੈਕਟਲੀ ਕਾਲਜਸ ਦੇ ਨਾਲ ਕੰਮ ਕਰਦੇ ਹਾਂ, ਬਟ ਕੈਨੇਡਾ ਦੇ 83 ਕਾਲਜਸ ਦੇ ਨਾਲ ਅਸੀਂ ਡਾਇਰੈਕਟਲੀ ਅਟੈਚ ਹੈਗੇ। ਬਿਲਕੁਲ ਠੀਕ ਹੈ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਲਜਸ ਨੇ ਜਿਨ੍ਹਾਂ ਦੇ ਨਾਲ ਡਾਇਰੈਕਟਲੀ ਅਟੈਚ ਨੇ ਜਸਮੀਤ ਜੀ। ਸੋ ਨਿਸ਼ਚਿਤ ਤੌਰ ਤੇ ਇਹਨਾਂ ਸਾਰੇ ਸਟੂਡੈਂਟਸ ਦੇ ਲਈ ਆਪਸ਼ਨ ਹੈ ਕਿ ਤੁਸੀਂ ਵੀ ਜਸਮੀਤ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਜ਼ਰੂਰ ਚੰਗੀ ਸਲਾਹ ਉਹਨਾਂ ਤੋਂ ਲੈ ਸਕਦੇ ਹੋ। ਜਸਮੀਤ ਜੀ ਹੁਣ ਜੇ ਅਸੀਂ ਗੱਲ ਕਰੀਏ ਜਿਨ੍ਹਾਂ ਸਟੂਡੈਂਟਸ ਦਾ ਵੀਜ਼ਾ ਲੱਗ ਗਿਆ ਤੇ ਫੀਸ ਵਾਪਸ ਆ ਗਈ, ਜੈਨੂਅਰੀ ਇਨਟੇਕ ਕੀ ਸਾਰਿਆਂ ਦੇ ਕੋਰਸ ਰੈਲੇਵੈਂਟ ਕੋਰਸ ਤੁਹਾਨੂੰ ਉਮੀਦ ਹੈ ਕਿ ਮਿਲ ਜਾਣਗੇ? ਸੋ ਦੇਖੋ ਜਨਵਰੀ ਇਨਟੇਕ 'ਚ ਦੇਖੋ ਤੁਹਾਡੇ ਸਾਹਮਣੇ ਹੀ ਹੈ ਲੱਲਾ ਜੀ, ਤੁਹਾਨੂੰ ਪਤਾ ਹੈ ਕਿ ਕੱਲ ਵੀ ਆਪਾਂ ਉਦੋਂ ਵੀ ਡਿਸਕਸ਼ਨਸ ਕਰ ਰਹੇ ਸੀ ਕਿ ਜਨਵਰੀ ਇਨਟੇਕ ਦੀ ਜਿਹੜੀ ਅਵੇਲੇਬਿਲਿਟੀ ਆ ਉਹ ਬੜੀ ਸ਼ਾਰਟ ਚੱਲ ਰਹੀ ਹੈ ਇਸ ਟਾਈਮ ਤੇ, ਐਂਡ ਬਹੁਤ ਸਾਰੇ ਬੱਚੇ ਇੱਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਮਨਪਸੰਦ ਕੋਰਸ ਨਹੀਂ ਮਿਲ ਪਾ ਰਹੇ ਨੇ। ਸੋ ਸਟੂਡੈਂਟਸ ਮੇਰੀ ਇਹ ਸਾਰਿਆਂ ਨੂੰ ਐਡਵਾਈਸ ਹੈ ਕਿ ਦੇਖੋ ਜਨਵਰੀ ਇਨਟੇਕ ਲਈ ਜੇ ਅਸੀਂ ਅਪਲਾਈ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਜਲਦ ਤੋਂ ਜਲਦ ਅਪਲਾਈ ਕਰੀਏ, ਕਿਉਂਕਿ ਜਨਵਰੀ ਇਨਟੇਕ ਆਲਮੋਸਟ ਕਲੋਜ਼ ਹੋਣ ਵਾਲਾ ਹੋ ਗਿਆ। तो जनवरी इनटेक इज़ ऑलमोस्ट क्लोज और काफ़ी सारे कॉलेजेस हैगे हैं ਜਿਹੜੇ ਜਨਵਰੀ ਇਨਟੇਕ ਕੀ ਕਹਿੰਦੇ ਆ, ਮੈਂ ਸਾਰਿਆਂ ਨੂੰ ਗਾਈਡ ਕਰਾਂਗਾ ਕਿ ਜਨਵਰੀ ਇਨਟੇਕ 'ਚ ਵੀ ਇਸ ਟਾਈਮ ਤੇ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਉਹ ਵੀ ਸਟਰਗਲ ਕਰ ਰਹੇ ਕਿ ਉਹਨਾਂ ਦਾ ਮਨਪਸੰਦ ਕਾਲਜ ਉਹਨਾਂ ਨੂੰ ਨਹੀਂ ਮਿਲ ਪਾ ਰਿਹਾ। ਬਿਲਕੁਲ ਠੀਕ ਹੈ। ਸੋ ਬਹੁਤ ਸਾਰੇ ਸਟੂਡੈਂਟਸ ਨੇ ਜਨਵਰੀ ਇਨਟੇਕ ਦੇ ਜਿਨ੍ਹਾਂ ਨੂੰ ਮਨਪਸੰਦ ਕਾਲਜ ਨਹੀਂ ਮਿਲ ਪਾ ਰਿਹਾ। ਸੋ ਉਮੀਦ ਕਰਦੇ ਹਾਂ ਕਿ ਜਿਨ੍ਹਾਂ ਸਟੂਡੈਂਟਸ ਦੇ ਫੀਸ ਵਾਪਸ ਆ ਰਹੀ ਹੈ। ਜਸਮੀਤ ਜੀ ਮੈਨੂੰ ਇੱਕ ਗੱਲ ਦੱਸਿਓ, ਜਦੋਂ ਸਟੂਡੈਂਟਸ ਨੇ ਫੀਸਾਂ ਦਿੱਤੀਆਂ ਸੀ
कि उस रेट ते सारियां फीसां वापस आ रही ने या अज दे रेट ते वापस आ रही ने, और दूसरा किसी तरह की डिडक्शन तो नहीं है फीसां दे विच? कोई डिडक्शन नहीं हैगी। देखो वो डॉलर रेट ਤਾਂ ਸਰ ਉਹ ਤਾਂ ਇੱਕ ਯੂਨੀਵਰਸਲ ਰੇਟ ਹੈ। ਉਹ ਤਾਂ ਜਿਸ ਰੇਟ ਤੇ ਗਈਆਂ ਜਾਂ ਜਿਸ ਰੇਟ ਤੇ ਆਈਆਂ ਵੱਧ ਵੀ ਸਕਦਾ ਘੱਟ ਵੀ ਸਕਦਾ, ਉਹਦੇ ਚੋਂ ਆਪਾਂ ਬਚ ਨਹੀਂ ਸਕਦੇ। ਬਟ ਕੋਈ ਡਿਡਕਸ਼ਨ ਨਹੀਂ ਹੋਈ ਬੱਚਿਆਂ ਦੇ ਪੈਸਿਆਂ ਚੋਂ। ठीक है, फीसिस दे विच किसी तरह की कोई डिडक्शन नहीं है। सो ਜਿਹੜੇ ਉਹ ਸਟੂਡੈਂਟ ਨੇ ਉਹ ਅਪੀਲ ਕਰ ਸਕਦੇ ਨੇ ਹਾਈ ਕਮਿਸ਼ਨ ਕੋਲੇ, ਕੈਨੇਡੀਅਨ ਹਾਈ ਕਮਿਸ਼ਨ ਨੂੰ ਅਪੀਲ ਕਰ ਸਕਦੇ ਨੇ ਵੀ। ਸਰ ਦੇਖੋ ਇਹਦੇ ਚ ਅਪੀਲ ਤਾਂ ਕੋਈ ਬੰਦੀ ਨਹੀਂ। ਉਹਨਾਂ ਨੇ ਕਾਲਜ ਚ ਅਪਲਾਈ ਕੀਤਾ, ਕਾਲਜ ਨੇ ਉਹਨਾਂ ਦੇ ਪੈਸੇ ਵਾਪਸ ਕਰਤੇ। ਉਹਨਾਂ ਨੂੰ ਇੱਕ ਤਰੀਕਾ ਦਿਖਾਣਾ ਹੈ ਕਿ ਉਹ ਹੁਣ ਅੱਗੇ ਕਿਵੇਂ ਆਪਣਾ ਕਾਲਜ ਚੇਂਜ ਕਰ ਸਕਦੇ ਆ। ਸੋ ਉਹ ਤਰੀਕਾ ਅਸੀਂ ਗਾਈਡ ਕਰਾਂਗੇ ਬੱਚਿਆਂ ਨੂੰ, ਜਿਨ੍ਹਾਂ ਨੂੰ ਕੋਈ ਦਿੱਕਤ ਆ ਰਹੀ ਹੈ ਉਹਨਾਂ ਨੂੰ ਅਸੀਂ ਤਰੀਕਾ ਗਾਈਡ ਕਰਾਂਗੇ। ਐਂਡ ਦੇ ਕੈਨ ਬੀ ਕੰਫਰਟੇਬਲ, ਕੋਈ ਔਖੀ ਗੱਲ ਨਹੀਂ ਹੈਗੀ। ਐਂਡ ਵੀ ਵਿਲ ਗਾਈਡ them how to go in Canada। ਬਿਲਕੁਲ ਠੀਕ ਹੈ ਜੀ, ਇਹ ਵੀ ਬੜੀ ਅੱਛੀ ਗੱਲ ਜਸਵੀਰ ਜੀ ਨੇ ਕੀਤੀ ਹੈ ਕਿ ਉਹ ਸਾਰੇ ਸਟੂਡੈਂਟ ਨੇ ਜਿਹੜੇ ਉਹਨਾਂ ਕੋਲੇ ਗਾਈਡ ਕਰਨਗੇ ਜਸਮੀਤ ਭਾਟੀਆ ਜੀ। ਸੋ ਸਾਰੇ ਸਟੂਡੈਂਟਸ ਜਿਨ੍ਹਾਂ ਦੀਆਂ ਫੀਸਾਂ ਰਿਫੰਡ ਹੋ ਰਹੀਆਂ ਨੇ ਉਹਨਾਂ ਨੂੰ ਈਮੇਲ ਆ ਗਈ। ਅੱਛਾ, ਕਿਉਂਕਿ ਇਹ ਇੱਕ ਪਾਰਟਿਕੂਲਰ ਇੱਕੋ ਹੀ ਕੈਂਪਸ ਹੈ, ਪੀਪੀਪੀ ਕੈਂਪਸ, ਸੋ ਹੋ ਸਕਦਾ ਕੈਨੇਡਾ ਦੀ ਸਰਕਾਰ ਆਫੀਸ਼ੀਅਲ ਅਨਾਉਂਸਮੈਂਟ ਕੋਈ ਕਰੇ। ਜਸਮੀਤ ਜੀ, ਇਹਦੀ ਸੰਭਾਵਨਾ ਹੈ ਕਿ ਕੈਨੇਡਾ ਦੀ ਮਿਨਿਸਟਰੀ ਜਾਂ IRCC ਆਫੀਸ਼ੀਅਲ ਅਨਾਉਂਸਮੈਂਟ ਕਰ ਦੇਣ, ਉਸ ਕਾਲਜ ਦਾ ਨਾਮ ਦੱਸ ਦੇਣ ਆਪਣੇ ਵੱਲੋਂ, ਇੱਕ ਪੋਸੀਬਿਲਿਟੀ ਹੈ? ਮੇਰੇ ਹਿਸਾਬ ਨਾਲ ਸਰ ਨਾਮ ਸਾਰਿਆਂ ਨੂੰ ਆਲਮੋਸਟ ਪਤਾ ਲੱਗ ਹੀ ਚੁੱਕਿਆ ਹੈ। ਸੋ ਉਹਦੇ ਚ ਕੋਈ ਗੱਲ ਨਹੀਂ ਹੈ, ਤੁਹਾਨੂੰ ਪਤਾ ਲੱਗ ਜਾਏਗਾ ਬੱਚਿਆਂ ਨੂੰ। ਸੋ ਮੈਂ ਇਸ ਲਈ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਜਿਹੜੇ ਬੱਚੇ ਨਹੀਂ ਇਫੈਕਟ ਹੋਏ ਹੋਣਗੇ ਉਹਨਾਂ ਨੂੰ ਕਿਉਂ ਆਪਾਂ ਕਹੀਏ ਕਿ ਤੁਸੀਂ ਵੀ ਇਫੈਕਟ ਹੋਏ ਹੋ। ਜਿਨ੍ਹਾਂ ਦੀ ਫੀਸ ਵਾਪਸ ਆਣੀ ਹੈ ਉਹਨਾਂ ਨੂੰ ਈਮੇਲ ਆ ਚੁੱਕੀ ਹੋਣੀ ਹੈ ਜਾਂ ਆਉਣ ਦੇ ਪ੍ਰੋਸੈਸ ਹੋਣੀ ਹੈ? ਆ ਚੁੱਕੀ ਹੈ ਸਰ ਈਮੇਲ। ਸਾਡੇ ਆਫਿਸ 'ਚ ਅੱਜ 4 ਬੱਚੇ ਮਿਲ ਕੇ ਗਏ ਆ। 4 ਬੱਚੇ ਜਸਪੀਤ ਜੀ ਨਾਲ ਮਿਲ ਕੇ ਗਏ ਨੇ ਈਮੇਲ। ਰਿਕਾਰਡ ਪੁਆਇੰਟ ਆਫ View ਦੇ ਨਾਲ ਤੁਹਾਡੇ ਕੋਲੇ ਈਮੇਲ ਸਟੋਰਡ ਹੈ ਸਰ? ਹਾਂਜੀ, ਓਕੇ, ਬਿਲਕੁਲ ਠੀਕ। ਅੱਛਾ, ਈਮੇਲ ਦਾ ਕੰਟੈਂਟ ਅਗਰ ਤੁਸੀਂ ਥੋੜਾ ਜਿਹਾ ਐਕਸਪਲੇਨ ਕਰ ਸਕੋ। ਸਰ ਉਹਦੇ 'ਚ ਇਹੀ ਹੈ ਕਿ ਵੀ ਕੈਨ ਨਾਟ ਅਕੋਮੋਡੇਟ ਯੂ ਇਨ ਦਿਸ ਇਨਟੇਕ ਐਂਡ this is we will be refunding full amount of fees which you've paid to this college, and you will get we wish to know that which account you have want your refund। ठीक है, so यही content है। so due to unforeseen circumstances, so this is very generic। ਉਹਦੇ ਚ ਉਹਨਾਂ ਨੇ ਕੁਝ ਇਦਾਂ ਕੋਈ ਉਹ ਨਹੀਂ ਹੈ, ਪੋਲਾਈਟਲੀ ਬੱਚਿਆਂ ਨੂੰ ਕਿਹਾ ਕਿ ਪੋਲਾਈਟਲੀ ਬੱਚਿਆਂ ਨੂੰ। ਮੈਂ ਸਟੂਡੈਂਟਸ ਨੂੰ ਦੱਸ ਵੀ ਦਵਾਂ ਕਿ ਜਿਹੜੇ ਕਾਲਜਸ ਦੇ ਨਾਮ ਅਸੀਂ ਇਸ ਪ੍ਰੋਗਰਾਮ ਚ ਲਏ ਨੇ ਉਹ ਸਾਰੇ ਕਾਲਜਸ ਸੇਫ ਨੇ। ਉਹਨਾਂ ਦੇ ਵਿੱਚੋਂ ਕਿਸੇ ਕਾਲਜ ਸਟੂਡੈਂਟ ਨੂੰ ਈਮੇਲ ਨਹੀਂ ਆਈ ਫੀਸ ਰਿਫੰਡ ਦੀ। ਜਿਸ ਕਾਲਜ ਚੋਂ ਈਮੇਲ ਆਈ ਹੈ, ਫੀਸ ਰਿਫੰਡ ਆਈ ਹੈ, ਉਸ ਕਾਲਜ ਦਾ ਅਸੀਂ ਨਾਮ ਹੀ ਨਹੀਂ ਲਿਆ ਕਿਉਂਕਿ ਅਸੀਂ ਹੋਰ ਬਹੁਤ ਸਾਰੇ ਕਾਲਜਸ ਦੇ ਨਾਮ ਡਿਸਕਸ਼ਨ ਦੇ ਵਿੱਚ ਲਏ ਨੇ ਸਟੂਡੈਂਟਸ ਨੂੰ ਨੈਕਸਟ ਇਨਟੇਕ ਜਿਨ੍ਹਾਂ ਨੂੰ ਐਡਮਿਸ਼ਨ ਮਿਲ ਸਕਦੀ ਹੈ। ਸੋ ਅਸੀਂ ਕਿਸੇ ਵੀ ਉਸ ਕਾਲਜ ਦਾ ਨਾਮ ਨਹੀਂ ਲਿਆ ਜਿਸ ਕਾਲਜ ਦੀ ਫੀਸ ਰਿਫੰਡ ਹੋ ਰਹੀ ਹੈ ਜਾਂ ਈਮੇਲਸ ਆ ਰਹੀਆਂ ਨੇ। ਸੋ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਸਟੂਡੈਂਟ ਨਾ ਰੱਖਣ। ਜਿਨ੍ਹਾਂ ਕਾਲਜਸ ਦੇ ਅਸੀਂ ਨਾਮ ਡਿਸਕਸ ਕੀਤੇ ਨੇ ਉਹ ਅਸੀਂ ਇਸ ਕਰਕੇ ਕੀਤੇ ਨੇ ਕਿ ਇਹਨਾਂ 'ਚ ਸਟੂਡੈਂਟ ਐਡਮਿਸ਼ਨ ਲੈ ਸਕਦੇ ਨੇ, ਟਰਾਈ ਕਰ ਸਕਦੇ ਨੇ, ਕਈਆਂ 'ਚ ਸੀਟਸ ਓਪਨ ਨੇ। ਜਸਮੀਤ ਜੀ, ਹੁਣ ਮੈਨੂੰ ਅਖੀਰ 'ਚ 5-7 ਮਿੰਟ ਅਸੀਂ ਲਗਾ ਲਈਏ। ਕੱਲ ਤੋਂ ਅਸੀਂ ਪੂਰੇ 4:15 ਵਜੇ 4 ਵਜੇ ਲਾਈਵ ਹੋਣਾ ਮੈਂ ਔਰ ਜਸਮੀਤ ਜੀ ਨੇ। ਮੈਨੂੰ ਇਹ ਦੱਸਿਓ ਹੁਣ ਜਨਵਰੀ ਇਨਟੇਕ ਦੀਆਂ ਕਿੰਨੀਆਂ ਕੁ ਆਪਸ਼ਨ ਨੇ ਕਿਉਂਕਿ ਜਨਵਰੀ ਇਨਟੇਕ ਬੜੀ ਤੇਜ਼ੀ ਨਾਲ ਭਰ ਰਿਹਾ। ਸੀ ਜਨਵਰੀ ਇਨਟੇਕ ਚ ਜੇ ਹੱਲੇ ਗੱਲ ਕਰੀਏ ਤਾਂ ਕਾਫੀ ਸਾਰੇ ਕਾਲਜਸ ਓਪਨ ਹੈਗੇ ਆ ਜੀ। ਸੋ ਜਨਵਰੀ ਇਨਟੇਕ ਹੱਲੇ ਕਾਫੀ ਸਾਰੇ ਕਾਲਜਸ ਓਪਨ ਹੈਗੇ ਆ ਔਰ ਕਾਫੀ ਸਾਰੇ ਕਾਲਜ ਕਲੋਜ਼ ਵੀ ਹੋ ਚੁੱਕੇ ਆ ਇਵਨ ਮਈ ਇਨਟੇਕ ਵਿੱਚ ਵੀ। ਸੋ ਸਟੂਡੈਂਟ ਜਨਵਰੀ ਇਨਟੇਕ ਚ ਰਾਈਟ ਨਾਓ ਦੇਰ ਲੋਟ ਆਫ ਆਪਸ਼ਨਸ ਬਟ ਜੇ ਅਸੀਂ ਕਹੀਏ ਕਿ ਮੈਨੂੰ ਜਿਵੇਂ ਯੂਨੀਵਰਸਿਟੀ ਕੈਨੇਡਾ ਵੈਸਟ ਇਜ਼ ਕਲੋਜ਼ਡ ਫॉर ਜਨਵਰੀ ਇਨਟੇਕ, ਫਲੇਮਿੰਗ ਕਾਲਜ ਟੋਰਾਂਟੋ ਇਜ਼ ਕਲੋਜ਼ਡ ਫॉर ਜਨਵਰੀ ਇਨਟੇਕ, ਨਾਇਗਰਾ ਕਾਲਜ ਟੋਰਾਂਟੋ ਇਜ਼ ਕਲੋਜ਼ਡ ਫॉर ਜਨਵਰੀ ਇਨਟੇਕ, KPU ਇਜ਼ ਕਲੋਜ਼ਡ ਫॉर ਜਨਵਰੀ ਇਨਟੇਕ। ਸੋ ਦੇਖੋ ਕਾਫੀ ਸਾਰੇ ਮੈਂ ਨਾਮ ਲਏ ਜਿਹੜੇ ਕਲੋਜ਼ ਹੋ ਚੁੱਕੇ हैं ਜਨਵਰੀ ਚ। ਬਟ ਸੈਨਿਕਾ ਕਾਲਜ ਇਜ਼ ਓਪਨ ਫॉर ਜਨਵਰੀ, ਕੈਂਬਰੀਅਨ ਕਾਲਜ ਇਜ਼ ਓਪਨ ਫॉर ਜਨਵਰੀ। ਜੇ ਅਸੀਂ ਗੱਲ ਕਰਦੇ ਹਾਂ ਤਾਂ ਕੌਨਸਟੂਗਾ ਕਾਲਜ ਚ ਕੁਝ ਕੋਰਸਿਸ ਆਰ ਓਪਨ ਫॉर ਜਨਵਰੀ, ਸੇਂਟ ਕਲੀਅਰ ਕਾਲਜ ਇਜ਼ ਓਪਨ ਫॉर ਜਨਵਰੀ। ਫਿਰ ਅਸੀਂ ਗੱਲ ਕਰਦੇ ਹਾਂ ਕੀ ਕਹਿੰਦੇ ਆ ਲਾਇਲਿਸਟ ਕਾਲਜ ਦੇ 1-2 ਪ੍ਰੋਗਰਾਮ ਓਪਨ ਫॉर ਜਨਵਰੀ, ਧਰਮ ਕਾਲਜ ਦੇ ਕੁਝ ਪ੍ਰੋਗਰਾਮ ਓਪਨ ਫॉर ਜਨਵਰੀ, ਅਲਗੋਨਕੁਇਨ ਕਾਲਜ ਇਜ਼ ਓਪਨ ਫॉर ਜਨਵਰੀ, ਅਲਗੋਮਾ ਯੂਨੀਵਰਸਿਟੀ ਇਜ਼ ਓਪਨ ਫॉर ਜਨਵਰੀ। ਸੋ ਸਟੂਡੈਂਟਸ ਇਹ ਜੇ ਗੱਲ ਕਰੀਏ ਤਾਂ ਜੇ ਕੀ ਕਹਿੰਦੇ ਆ ਅਸੀਂ ਦੇਖੀਏ ਤਾਂ ਹੱਲੇ ਕੁਝ ਕਾਲਜਸ ਕਲੋਜ਼ ਵੀ ਹੋ ਚੁੱਕੇ ਹਨ, ਕੁਝ ਅੱਛੀਆਂ ਆਪਸ਼ਨਸ ਓਪਨ ਵੀ ਹੈਗੀਆਂ।
ਬਿਲਕੁਲ ਜੀ। ਸੋ ਕੁਝ ਅੱਛੀਆਂ ਆਪਸ਼ਨਸ ਨੇ ਜਿਹੜੀਆਂ ਉਹ ਹਲੇ ਵੀ ਓਪਨ ਨੇ। ਸੋ ਸਟੂਡੈਂਟ ਨੇ ਜਿਹੜੇ ਉਹ 90413 90412 ਤੇ ਜਸਮੀਤ ਜੀ ਦੇ ਨਾਲ ਸੰਪਰਕ ਕਰ ਸਕਦੇ ਨੇ। ਸੋ ਥੈਂਕ ਯੂ ਸੋ ਮਚ ਜਸਮੀਤ ਜੀ। ਕੱਲ ਫਿਰ 4:15 ਵਜੇ ਮੁਲਾਕਾਤ ਹੁੰਦੀ ਹੈ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ।